ਵਾਹਿਗੁਰੂ ਵਾਹਿਗੁਰੂ ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਸਿਮਰੋ ਅੰਗਦ ਦੁਖ ਨਿਕੰਦਨਾ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਸ਼੍ਰੀ ਗੁਰੂ ਰਾਮਦਾਸ ਗੁਣ ਗਾਉ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸਕਾ ਸ਼੍ਰੀ ਹਰਿਗੋਬਿੰਦ ਸੁਮਤ ਪਰਕਾਸਕਾ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਿਸਾਲ ਤਰੋ ਤਰਾ ਪਰ ਪੁਨ ਪੁਨ ਸੀਸ ਪੁਨ ਪੁਨ ਸੀਸ ਮੰਦੋ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਗਨ ਬਿਨਾਸਨ ਸੋਏ ਦੋਹਰਾ ਆਪਣਾ ਮਹਾ ਕਾਰਜ ਕਹ ਕਰਬੇ ਨਹੀਂ ਅਵਦਿਆ ਸਮਰਥਾ ਤਰਬੇ ਸੋ ਪਰਮਾਨ ਖਟ ਸੁਨ ਚਿਤ ਲਾਏ ਜਿਸ ਤੇ ਸੰਸੇ ਸਭ ਬਿਨਸਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜੀਏ ਜੋ ਸਾਨੂੰ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਜਿਨ੍ਹਾਂ ਨੂੰ ਸਤਿਗੁਰੂ ਜੀ ਦਾ ਹੁਕਮ ਹੋਇਆ ਕਿ ਦਇਆ ਸਿੰਘ ਇਹਨਾਂ ਸਿੱਖਾਂ ਦੇ ਸਵਾਲਾਂ ਦੇ ਜਵਾਬ ਤੂੰ ਦੇਣਾ ਕਰ, ਤਾਂ ਭਾਈ ਦਇਆ ਸਿੰਘ ਜੀ ਨੇ ਸਿੱਖ ਸੰਗਤਾਂ ਦੀਆਂ ਬੇਨਤੀਆਂ ਜੋ ਸੁਣੀਆਂ ਤੇ ਉਹਨਾਂ ਦਾ ਹੱਲ ਦੱਸਣਾ ਕੀਤਾ। ਗੱਲ ਚੱਲ ਰਹੀ ਹੈ ਕਿ ਆਤਮਾ ਕੀ ਹੈ, ਉਸ ਨੂੰ ਕਿਵੇਂ ਜਾਣਿਆ ਜਾਵੇ, ਔਰ ਜਾਣਨ ਦੇ ਲਈ ਭਾਈ ਸਾਹਿਬ ਜੀ ਨੇ 6 ਪ੍ਰਮਾਣ 6 ਉਦਾਹਰਨਾਂ ਦੇਣ ਦੀ ਕਿਰਪਾਲਤਾ ਕੀਤੀ ਹੈ। ਕੱਲ੍ਹ ਆਪਾਂ ਸਰਵਣ ਕਰ ਰਹੇ ਸੀ। ਪਹਿਲਾ ਉਸ ਦਾ ਪ੍ਰਮਾਣ ਹੈ ਸ਼ਬਦ, ਕਿ ਸ਼ਬਦ ਦੇ ਰਾਹੀਂ ਜੋ ਸ਼ਬਦ ਸਾਡੇ ਅੰਦਰ ਚੱਲਦਾ ਹੈ, ਸ਼ਬਦ ਤੋਂ ਦੁਨੀਆ ਬਣੀ ਹੈ। ਪਰਮੇਸ਼ਰ ਦਾ ਜਿਹੜਾ ਦੂਸਰਾ ਰੂਪ ਹੈ ਉਹ ਸ਼ਬਦ ਹੈ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨ ਕੋਇ। ਇਸੇ ਤਰ੍ਹਾਂ ਹੀ ਗੁਰੂ ਪਿਆਰਿਓ ਅੱਗੇ ਹੋਰ ਵੀ ਵਿਚਾਰਾਂ ਦੱਸਦੇ ਆ, ਆਪਾਂ ਆਰੰਭ ਕਰਕੇ ਸਰਵਣ ਕਰਦੇ ਹਾਂ। ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਮ ਦਾ ਨਾਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਪਣਾ ਮਹਾ ਕਾਰਜ ਕਹ ਕਰਬੇ ਨਹੀਂ ਅਵਦਿਆ ਸਮਰਥਾ ਧਰਬੇ। ਭਾਈ ਸਾਹਿਬ ਜੀ ਕਹਿ ਰਹੇ ਸੀ ਕਿ ਆਤਮਾ ਨੂੰ ਜਾਣਨ ਵਾਸਤੇ ਇੱਕ ਤਾਂ ਸਾਡੇ ਅੰਦਰੋਂ ਹੰਕਾਰ ਖਤਮ ਹੋਣਾ ਚਾਹੀਦਾ ਔਰ ਇੱਕ ਮੋਹ ਖਤਮ ਹੋਣਾ ਚਾਹੀਦਾ। ਇਹ ਦੋ ਚੀਜ਼ਾਂ ਸਾਨੂੰ ਆਪਣੇ ਆਪੇ ਨੂੰ ਜਾਣਨ ਦਾ ਰਸਤਾ ਨਹੀਂ ਦਿੰਦੀਆਂ, ਇਹ ਸਾਨੂੰ ਭਟਕਾ ਕੇ ਰੱਖਦੇ ਆ। ਮੋਹ ਤੇ ਹੰਕਾਰ, ਹੰਕਾਰ ਇਹਨਾਂ ਦਾ ਮੁਖੀ ਹੈ ਪੰਜਾਂ ਦਾ। ਹਉ ਮੈਂ ਦੀਰਘ ਰੋਗ ਹੈ ਦਾਰੂ ਪੀ ਇਸ ਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ।
ਆਪਣੀ ਕਿਰਪਾ ਕੌਣ ਕਰੇ? ਰੱਬ ਨਹੀਂ, ਮਨੁੱਖ ਨੂੰ ਕਿਹਾ ਤੂੰ ਆਪਦੀ ਕਿਰਪਾ ਆਪਦੇ ਉੱਤੇ ਆਪ ਕਰ, ਗੁਰੂ ਦੇ ਸ਼ਬਦ ਦੀ ਕਮਾਈ ਕਰ। ਪਰਮੇਸ਼ਰ ਨੇ ਤਾਂ ਕਿਰਪਾ ਕਰਤੀ, ਪਹਿਲਾਂ ਮਨੁੱਖ ਬਣਾਤਾ, ਫਿਰ ਗੁਰੂ ਕੋਲੇ ਭੇਜਤਾ, ਗੁਰੂ ਨੇ ਕਿਰਪਾ ਕਰਕੇ ਸ਼ਬਦ ਦੇਤਾ, ਤੇ ਹੁਣ ਤਾਂ ਆਪਣਾ ਕੰਮ ਰਹਿ ਗਿਆ ਨਾ। ਕਹੋ ਸਤਿਨਾਮ ਸ੍ਰੀ ਵਾਹਿਗੁਰੂ। ਇਸ ਕਰਕੇ ਕਿਰਪਾ ਕਰੇ ਜੇ ਆਪਣੀ, ਬੰਦਾ ਆਪਦੇ ਉੱਤੇ ਆਪ ਕਿਰਪਾ ਕਰੇ ਤਾਂ ਫਿਰ ਹੀ ਇਹਦੇ ਉੱਤੇ ਪਰਮੇਸ਼ਰ ਕਿਰਪਾ ਕਰੇਗਾ। ਕਹਿੰਦੇ ਆ ਹਿੰਮਤੇ ਮਰਦਾ ਮਦਦ ਦੇ ਖੁਦਾ। ਹਿੰਮਤ ਆਪਾਂ ਨੂੰ ਕਰਨੀ ਪਊਗੀ, ਮਦਦ ਖੁਦਾ ਕਰੇਗਾ। ਉਦਮ ਅੱਗੇ ਲక్ష్ਮੀ, ਜੋ ਪੱਖੇ ਅੱਗੇ ਪਾਉਣ, ਉਦਮ ਕਰਕੇ ਮਾਇਆ ਇਕੱਠੀ ਕਰਦੇ ਹੋ। ਜਿਵੇਂ ਪੱਖਾ ਹਵਾ ਨੂੰ ਭਜਾਈ ਫਿਰਦਾ ਹੈ, ਤੇ ਇਸੇ ਤਰ੍ਹਾਂ ਹੀ ਸਿਮਰਨ ਵਾਸਤੇ ਵੀ ਉਦਮ ਕਰਨਾ ਪੈਣਾ। ਉਦਮ ਅੱਗੇ ਲక్ష్ਮੀ, ਜੋ ਪੱਖੇ ਅੱਗੇ ਪਾਉਣ। ਇਹ ਦੋ ਉਦਾਹਰਨਾਂ ਦੇ ਕੇ ਸਾਨੂੰ ਕਹਿੰਦੇ ਐਵੇਂ ਹੀ ਤੂੰ ਸਿਮਰਨ ਦਾ ਵੀ ਉਦਮ ਕਰ। ਪਰ ਇਹਦੇ ਉਲਟ ਬਾਬਾ ਜੀ ਕਹਿੰਦੇ ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਵੇਲਾ ਪੈ ਪੈ ਸੋਇਆ। ਇਹਦੇ ਉਲਟ ਚੱਲਦਾ। ਉਸ ਵੇਲੇ ਆਲਸ ਹੋ ਜਾਂਦੀ ਆ ਨਾਮ ਜਪਣ ਵੇਲੇ, ਹੋਰ ਚੋਰੀਆਂ ਠੱਗੀਆਂ ਮਾਰਨੀਆਂ, ਪੁੱਠੇ ਸਿੱਧੇ ਕੰਮ, ਉਦੋਂ ਇਹਨੂੰ ਜਾਗ ਆ ਜਾਂਦੀ ਆ। ਮੇਰੇ ਪ੍ਰੀਤਮ ਜੀ ਕਹਿੰਦੇ ਇਸ ਕਰਕੇ ਜਿੰਨਾ ਚਿਰ ਮੋਹ ਹੈ, ਮੋਹ ਜਿਹੜਾ ਤੁਹਾਡੇ ਕਾਰਜ ਦੇ ਵਿੱਚ ਵਿਘਨ ਪਾਉਂਦਾ ਹੈ, ਨਹੀਂ ਅਵੇਦਿਆ ਸਮਰਹ ਧਰਵੇ, ਇਹ ਅਗਿਆਨਤਾ ਕਰਕੇ ਹੀ ਤੂੰ ਉਸ ਨੂੰ ਜਾਣ ਨਹੀਂ ਸਕਦਾ ਜੀ। ਸੋ ਪਰਮਾਨ ਖਟ ਸਣ ਚਿਤ ਲਾਏ, ਜਿਸ ਤੇ ਸੰਸੇ ਸਭ ਬਿਨਸਾਏ। ਤੋ ਇਹਨਾਂ ਸ਼ੰਕਿਆਂ ਸੰਸਿਆਂ ਭਰਮਾਂ ਨੂੰ ਨਿਵਰਤ ਕਰਨ ਵਾਸਤੇ ਤੁਹਾਨੂੰ 6 ਪੁਆਇੰਟ ਦੱਸਦੇ ਹਾਂ, 6 ਉਦਾਹਰਨਾਂ ਦੱਸਦੇ ਹਾਂ, ਜਿਸ ਕਰਕੇ ਤੁਸੀਂ ਸਾਰੇ ਸ਼ੰਕੇ ਨਿਵਰਤ ਕਰਕੇ ਉਸ ਆਤਮਾ ਨੂੰ ਮੈਂ ਕੌਣ ਆ, ਕਿੱਥੋਂ ਆਇਆ, ਕੀ ਲੈਣ ਆਇਆ, ਜਿਸ ਕੰਮ ਲਈ ਆਇਆ ਉਹ ਮੈਂ ਕਰਕੇ ਕਿਵੇਂ ਵਾਪਸ ਆਪਣੇ ਘਰੇ ਜਾਵਾਂ। ਅੱਜ ਦੇ ਨਹੀਂ, ਸਾਨੂੰ ਨਿਕਲਿਆ ਨੂੰ ਤਾਂ ਅਰਬਾਂ ਖਰਬਾਂ ਸਾਲ ਬਤੀਤ ਹੋ ਗਏ। 84 ਲੱਖ ਜੂਨਾਂ ਦੇ ਵਿੱਚੋਂ ਲੰਘ ਕੇ ਆਏ, ਤੇ ਜਿਹੜੀਆਂ ਜੂਨਾਂ 'ਚੋਂ ਲੰਘੇ ਉਹਨਾਂ ਦੇ ਸੁਭਾਅ ਵੀ ਨਾਲ ਚੱਕ ਲਿਆਏ। ਕੋਈ ਬਘਿਆੜ ਵਰਗਾ, ਕੋਈ ਕੁੱਤੇ ਵਰਗਾ ਲਾਲਚੀ ਹੈ, ਕੋਈ ਬਿੱਲੇ ਵਰਗਾ ਹੈ, ਕੋਈ ਪਸ਼ੂਆਂ ਦੀਆਂ। ਇਹ ਪਸ਼ੂਆਂ ਦੇ ਨਾਮ ਕਿਉਂ ਰੱਖੇ ਗਏ ਭਲਾ? ਕਰਤੂਤ ਪਸ਼ੂ ਕੀ ਭਾਵ ਇਹਨਾਂ ਜੂਨਾਂ 'ਚੋਂ ਟੱਪਦਾ ਹੋਇਆ ਬੰਦਾ ਇਹਨਾਂ ਦੇ ਸੁਭਾਅ ਚੱਕ ਲਿਆਏ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾ ਕਰੇ ਦਿਨ ਰਾਤ। ਖੈਰ ਗੁਰੂ ਕਿਰਪਾ ਕਰਨ ਹੋਣੇ ਜਿਹੜੀਆਂ ਪਸ਼ੂ ਬਿਰਤੀਆਂ ਸਾਡੇ ਵਿੱਚ ਪੈਦਾ ਹੋ ਗਈਆਂ, ਗੁਰੂ ਨੇ ਉਹਨਾਂ ਪਸ਼ੂ ਬਿਰਤੀਆਂ ਨੂੰ ਖਤਮ ਕਰਕੇ ਜਿਹੜੀ ਮਨੁੱਖ ਦੀ ਬਿਰਤੀ ਹੈ, ਆਤਮਾ ਦੀ ਬਿਰਤੀ ਹੈ, ਪਰਮਾਤਮਾ ਨਾਲ ਮਿਲਣ ਦੀ, ਉਹ ਹੈ ਸਿਮਰਨ ਭਜਨ। ਸਤਿਗੁਰ ਨੇ ਸਾਡੇ ਅੰਦਰੋਂ ਫਿੱਟ ਕਰਨੀ ਹੈ, ਮਨਮਤ ਕੱਟਣੀ ਹੈ, ਗੁਰਮਤ ਰੱਖਣੀ ਹੈ। ਇਸ ਕਰਕੇ ਗੁਰੂ ਕਿਰਪਾ ਕਰਨ ਕਹਿਣ ਲੱਗੇ ਹੁਣ ਇਹ 6 ਪੁਆਇੰਟ ਜਿਨ੍ਹਾਂ ਨੂੰ ਸਮਝਣਾ ਕਰੋ, ਤੁਹਾਡੇ ਸ਼ੰਕੇ ਸੰਸੇ ਭਰਮ ਨਿਵਰਤ ਹੋਣਗੇ ਜੀ। ਅਨੁਮਾਨ ਦੋਸਰ ਜਾ ਤਾਂ ਜਿਨ ਦੇਖ ਕਰ ਵਸਤ ਲਹਤ ਹੈ। ਤਾਂ ਪਾਤਸ਼ਾਹ ਜੀ ਕਹਿੰਦੇ ਇੱਕ ਹੈ ਸ਼ਬਦ ਪ੍ਰਮਾਣ। ਸ਼ਬਦ ਪ੍ਰਮਾਣ ਜੋ ਵੇਦਾਂ ਦੇ ਵਿੱਚੋਂ, ਗ੍ਰੰਥਾਂ ਵਿੱਚੋਂ ਸਾਨੂੰ ਮਿਲਦਾ ਹੈ। ਭਾਵ ਅਸੀਂ ਕਿਤਨੇ ਸ਼ਬਦਾਂ ਨੂੰ ਇੱਥੇ ਕਥਾ ਵਿੱਚ ਰਿਪੀਟ ਕਰਦੇ ਹਾਂ, ਕਾਹਦੇ ਵਾਸਤੇ? ਉਸ ਗੱਲ ਨੂੰ ਕਲੀਅਰ ਕਰਨ ਵਾਸਤੇ। ਔਰ ਵੇਦਾਂ ਦੇ ਵਿੱਚ 4 ਵੇਦ ਪਹਿਲਾਂ ਆਏ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਰਚੀ ਗਈ। ਭਾਈ ਨੰਦ ਲਾਲ ਜੀ ਗੋਇਆ, ਭਾਈ ਸਾਹਿਬ ਭਾਈ ਗੁਰਦਾਸ ਜੀ, ਜਿਨ੍ਹਾਂ ਨੇ ਵਾਰਾਂ ਤੇ ਕਵਿਤ ਸਵਈਏ ਰਚੇ। ਔਰ ਇਹ ਇਤਿਹਾਸ ਜਿਹੜਾ ਗੁਰੂਆਂ ਨੇ ਆਪਣੇ ਜੀਵਨ ਕਾਲ ਦੌਰਾਨ ਪੈਦਾ ਕੀਤਾ, ਭਾਵ ਘਟਨਾਵਾਂ ਘਟੀਆਂ, ਉਹਨਾਂ ਘਟਨਾਵਾਂ ਤੋਂ ਹੀ ਇਹ ਇਤਿਹਾਸ ਬਣਿਆ। ਸਤਿਗੁਰਾਂ ਦੇ ਕੌਤਕ ਸਾਡੇ ਵਾਸਤੇ ਇਤਿਹਾਸ ਦਾ ਕਾਰਨ ਬਣੇ। ਇੱਕ ਦਿਨ ਭਾਈ ਮਰਦਾਨਾ ਜੀ ਕਹਿੰਦੇ, ਮਹਾਰਾਜ ਮੈਂ ਕਿੱਡਾ ਮੂਰਖ ਹਾਂ, ਸਾਰੀ ਦੁਨੀਆ ਤੁਹਾਨੂੰ ਸਮਝਦੀ ਹੈ ਵੀ ਤੁਸੀਂ ਰੱਬ ਦੇ ਰੂਪ ਹੋ, ਆ ਕੌਡੇ ਰਾਖਸ਼ ਵਰਗੇ ਵੀ ਤੁਸੀਂ ਤਾਰਤੇ, ਤੇ ਮੈਂ ਤੁਹਾਡੇ ਨਾਲ ਗੁੱਸੇ ਹੋ ਕੇ ਘਰ ਨੂੰ ਮੁੜ ਪੈਣਾ ਵੀ ਮੈਂ ਤਾਂ ਘਰੇ ਚੱਲਿਆ, ਮੈਂ ਨਹੀਂ ਰਹਿੰਦਾ ਗਾ। ਮੈਂ ਤੁਹਾਡੇ ਨਾਲ ਲੜਦਾ ਰਹਿਣਾ ਮਹਾਰਾਜ, ਉੱਚਾ ਨੀਵਾਂ ਵੀ ਹੋ ਜਾਣਾ, ਤੁਸੀਂ ਕਿਤੇ ਗੁੱਸਾ ਤਾਂ ਨਹੀਂ ਕਰਦੇ, ਮੈਨੂੰ ਮਾफ़ ਕਰ ਦਿਓਗੇ? ਪਾਤਸ਼ਾਹ ਕਹਿੰਦੇ ਮਰਦਾਨਿਆ ਮੈਂ ਤੈਨੂੰ ਘਰੋਂ ਹੀ ਮਾफ़ ਕਰਕੇ ਚੱਲਿਆ ਵੀ ਮਰਦਾਨਾ ਜੋ ਪੁੱਛੀ ਜਾਵੇ ਇਹਦਾ ਸਵਾਲ ਦਾ ਜਵਾਬ ਵੀ ਦੇਣਾ, ਇਹ ਤੇ ਗੁੱਸਾ ਨਹੀਂ ਕਰਨਾ ਆਪਾਂ। ਕਹੋ ਸਤਿਨਾਮ ਸ੍ਰੀ ਵਾਹਿਗੁਰੂ। ਮਰਦਾਨੀ ਹੈ ਕੋਈ ਛੋਟੀ ਜੀ ਗੱਲ ਨਹੀਂ। ਸਵਾਲ ਪੁੱਛਣ ਵਾਲਾ ਵੀ ਹੋਣਾ ਚਾਹੀਦਾ ਤੇ ਜਵਾਬ ਦੇਣ ਵਾਲਾ ਵੀ ਹੋਣਾ ਚਾਹੀਦਾ। ਤੇ ਜਿਹੜਾ ਸੰਸਾਰ ਵਿੱਚ ਗੁਰੂ ਬਣ ਕੇ ਸਹੀ ਜਵਾਬ ਨਾ ਦੇਵੇ, ਇਹੋ ਜਿਹੇ ਦੀ ਕਹਿੰਦੇ ਜਨਮ ਦੀ ਲੋੜ ਨਹੀਂ। ਕਬੀਰ ਮਾਏ ਮੁੰਡੋ ਤੇ ਗੁਰੂ ਕੀ, ਜਾਤੇ ਭਰਮ ਨਾ ਜਾਏ, ਆਪ ਡੁੱਬੇ ਚੌਹ ਵੇਦ ਮੇ ਚੇਲੇ ਦੀਏ ਬਹਾਏ। ਇਹੋ ਜਿਹੇ ਗੁਰੂਆਂ ਦੀ ਮਾਂ ਦਾ ਸਿਰ ਮੁੰਡਿਓ। ਦੇਖੋ ਲਾਂਭਾ ਵੀ ਮਾਂ ਨੂੰ ਤੇ ਵਡਿਆਈ ਵੀ ਮਾਂ ਨੂੰ ਹੈ।
ਵਡਿਆਈ ਵੀ ਮਾਂ ਪਿਓ ਨੂੰ ਮਿਲਦੀ ਹੈ, ਬੱਚਾ ਚੰਗਾ ਨਿਕਲ ਜੇ। ਤੇ ਜੇ ਬੱਚੇ ਨੂੰ ਸਿੱਧੇ ਰਸਤੇ ਨਹੀਂ ਪਾਇਆ ਤੇ ਫਿਰ ਲਾਂਭੇ ਵੀ ਮਾਂ ਪਿਓ ਨੂੰ ਮਿਲਦੇ ਆ। ਜਨਨੀ ਜਣੈ ਤਾਂ ਭਗਤ ਜਨ ਕਹਿ ਦਾਤਾ ਕਹਿ ਸੂਰ, ਨਹੀਂ ਤਾਂ ਜਨਨੀ ਬਾਂਝ ਰਹੇ ਕਾਹੇ ਗਵਾਵੇ ਨੂਰ। ਕੀ ਲੋੜ ਹੈ ਫਿਰ ਐਵੇਂ ਜੀਵਨ ਬਰਬਾਦ ਕਰਨ ਦੀ? ਜੇ ਬੱਚੇ ਜੰਮੇ ਆ ਤੇ ਉਹਨਾਂ ਨੂੰ ਕਿਸੇ ਸਹੀ ਰਸਤੇ ਪਾਓ, ਸੂਰਮਾ ਬਣਾਓ, ਯੋਧਾ ਬਣਾਓ, ਭਗਤ ਬਣਾਓ, ਭਗਤੀ 'ਚ ਪਾਓ। ਬਾਬੇ ਫਰੀਦ ਨੂੰ ਭਗਤੀ 'ਚ ਪਾਇਆ। ਇਸ ਤਰ੍ਹਾਂ ਪਾਤਸ਼ਾਹ ਜੀ ਕਹਿੰਦੇ ਹਨ ਕਿ ਉਸ ਨੂੰ ਜਿਹੜਾ ਕਿ ਸਾਨੂੰ ਇਹ ਸ਼ਬਦ ਦਾ ਨਿਰਣਾ ਨਹੀਂ ਕਰਕੇ ਦੱਸ ਸਕਦਾ, ਇਹੋ ਜਿਹੀ ਦੀ ਸਾਨੂੰ ਲੋੜ ਨਹੀਂ ਹੈ। ਤਾਂ ਤੇ ਸਾਨੂੰ ਗੁਰੂ ਸਾਹਿਬਾਨ ਨੇ ਸ਼ਬਦ ਗੁਰੂ ਦੇ ਲੜ ਲਾਇਆ। ਮੂਰਤੀ ਪੂਜਾ ਦੇ, ਬੁੱਤ ਪੂਜਾ ਦੇ, ਕਰਮ ਕਾਂਡਾਂ ਪਖੰਡਾਂ ਦੇ ਵਿੱਚ ਨਹੀਂ ਪਾਇਆ। ਸਾਨੂੰ ਸਤਿਗੁਰਾਂ ਨੇ ਸ਼ਬਦ ਗੁਰੂ ਦੱਸਿਆ। ਤੇ ਸ਼ਬਦ ਜਿਹੜਾ ਪਰਮੇਸ਼ਰ ਦਾ ਦੂਸਰਾ ਰੂਪ ਹੈ। ਸ਼ਬਦ ਰਾਹੀਂ ਅਸੀਂ ਉਸ ਪਰਮੇਸ਼ਰ ਨੂੰ ਜਾਣ ਸਕਦੇ ਹਾਂ। ਸ਼ਬਦ ਪ੍ਰਮਾਣ ਇਹੀ ਇੱਕ ਜਾਣ, ਬ੍ਰਹਮ ਆਤਮਾ ਨਿਰਣੇ ਠਾਣ। ਭਾਵ ਅਸੀਂ ਗ੍ਰੰਥਾਂ ਦੇ ਰਾਹੀਂ ਉਸ ਨੂੰ ਜਾਣ ਸਕਦੇ ਹਾਂ। ਦੂਸਰਾ ਅਨੁਮਾਨ, ਦੋਸਰ ਜੋ ਅਨੁਮਾਨ ਕਹਿਤ ਹੈ, ਚਨਹ ਦੇ ਕਰ ਵਸਤ ਲਹਤ ਹੈ। ਦੂਸਰਾ ਅਨੁਮਾਨ ਹੁੰਦਾ ਅੰਦਾਜ਼ਾ। ਹੁਣ ਆਪਾਂ ਨੇ ਉਸ ਆਤਮਾ ਦੇ ਅਨੇਕਾਂ ਲੱਛਣ ਇੱਥੋਂ ਸੁਣ ਲਏ ਤੇ ਆਪਣੇ ਦਿਮਾਗ 'ਚ ਫੀਡ ਹੋ ਗਏ। ਹੁਣ ਅਸੀਂ ਉਸ ਲੱਛਣਾਂ ਨੂੰ ਅੰਦਾਜ਼ੇ ਨਾਲ ਕਿਤੇ ਵੇਖ ਲਿਆ, ਕਿਸੇ ਸਾਧੂ ਵਿੱਚ ਦੇਖ ਲਿਆ, ਕਿਸੇ ਰੱਬ ਦੇ ਪਿਆਰੇ 'ਚੋਂ ਲੱਛਣ ਦੇਖ ਲਏ ਤੇ ਅਸੀਂ ਉੱਥੇ ਕਹਾਂਗੇ ਬਈ ਇੱਥੇ ਤਾਂ ਰੱਬ ਹੀ ਵਸਦਾ, ਪ੍ਰਭ ਜੀ ਵਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨ। ਤਾਂ ਅਨੁਮਾਨ ਅੰਦਾਜ਼ਾ ਲਾਇਆ ਜਾ ਸਕਦਾ ਵੀ ਇੱਥੇ ਜ਼ਰੂਰ ਪਰਮੇਸ਼ਰ ਦੀ ਕਿਰਪਾ ਹੈ। ਇਸ ਕਰਕੇ ਦੂਸਰਾ ਪੁਆਇੰਟ ਹੈ ਅਨੁਮਾਨ। ਚਿੰਨ੍ਹ ਦੇਖ ਕੇ ਵਸਤੂ ਨੂੰ ਸਮਝ ਲੈਣਾ, ਭਾਵ ਨਿਸ਼ਾਨੀਆਂ ਦੇਖ ਕੇ ਉਹਨੂੰ ਜਾਣ ਲੈਣਾ ਜੀ। ਮਾਨਾ ਚਖਿਆ ਤਾ ਸੁਤੇ ਜੜ ਜੋਏ, ਜਿਸ ਤੇ ਗਿਆਨ ਪਾਏ ਸਭ ਕੋਏ। ਸਾਡਾ ਮਨ, ਸਾਡੀਆਂ ਅੱਖਾਂ, ਸਾਡੇ ਕੰਨ, ਇਹ ਸਾਰੇ ਜਿਹੜੇ ਹਨ ਸੁਤੇ ਹੀ ਜੜ ਹਨ ਗੁਰੂ ਪਿਆਰਿਓ। ਇਸ ਕਰਕੇ ਜਿਹੜੇ ਜੜ ਹਨ, ਹੁਣ ਇਹਨਾਂ ਨੂੰ ਚੇਤਨ ਕਰਨ ਵਾਲਾ ਜਿਹੜਾ ਹੈ ਉਹ ਆਤਮਾ ਹੈ। ਆ ਪੱਖੇ ਚੱਲ ਰਹੇ ਹੈ ਤੇ ਆਪਾਂ ਅੰਦਾਜ਼ਾ ਲਾਈਏ ਵੀ ਇਹਨਾਂ ਪਿੱਛੇ ਕੋਈ ਸ਼ਕਤੀ ਕੰਮ ਕਰ ਰਹੀ ਹੈ, ਐਵੇਂ ਤਾਂ ਘੁੰਮ ਨਹੀਂ ਰਹੇ। ਕੋ ਸਤਨਾਮ। ਉਹ ਸ਼ਕਤੀ ਅਦ੍ਰਿਸ਼ ਹੈ, ਦਿਸਦੀ ਨਹੀਂ ਹੈਗੀ। ਜੇ ਕੋਈ ਕਹੇ ਦਿਸਦੀ ਤਾਂ ਹੈ ਨਹੀਂ ਬਿਜਲੀ, ਫਿਰ ਕਹਿ ਰਹੇ ਬਈ ਹੱਥ ਲਾ ਕੇ ਦੇਖ ਲਾ। ਹੁਣ ਕੋ ਸਤਨਾਮ। ਦਿਸਦੀ ਤਾਂ ਹੈ ਨਹੀਂ ਪਰ ਹੈ ਤਾਂ ਸਹੀ, ਲੱਖ ਹੈ ਜੋ ਕੋਈ ਤਬ ਉਹੀ ਉਹ ਇਹ ਨਾ ਹੋਈ। ਇਸੇ ਤਰ੍ਹਾਂ ਪਰਮੇਸ਼ਰ ਵੀ ਹੈ। ਪਰਮੇਸ਼ਰ ਦਾ ਅੰਤ ਨਹੀਂ ਪਾਇਆ ਜਾਂਦਾ। ਕਈ ਵਾਰੀ ਲੋਕ ਪਰਮੇਸ਼ਰ ਦੇ ਉਹਨਾਂ ਪਿਆਰਿਆਂ ਦਾ ਅੰਤ ਪਾਉਂਦੇ ਆ ਤੇ ਜਦੋਂ ਅੰਤ ਪਾਉਂਦੇ ਆ ਫਿਰ ਉੱਥੇ ਬਿਜਲੀ ਵਾਂਗੂ ਝਟਕਾ ਉੱਥੇ ਵੀ ਵੱਜਦਾ। ਕੋ ਸਤਨਾਮ। ਰੱਬ ਦੇ ਪਿਆਰੇ ਫਿਰ ਇਹੋ ਜਿਹਾ ਕਈ ਵਾਰੀ ਬਚਨ ਕਰ ਦਿੰਦੇ ਆ, ਝਟਕਾ ਵੱਜਦਾ ਉਹਨਾਂ ਨੂੰ ਜਦੋਂ ਅੰਤ ਪਾਉਣ ਜਾਂਦੇ ਆ। ਜਿਸ ਤਰ੍ਹਾਂ ਕੋਈ ਬੱਚਾ ਕਹਿਣ ਲੱਗਿਆ ਬਾਬਾ ਮੈਨੂੰ ਰੱਬ ਦਿਖਾ, ਉਹ ਕਹਿਣ ਲੱਗਿਆ ਬੇਟਾ ਰੱਬ ਐਂ ਨਹੀਂ ਦੇਖਿਆ ਜਾਂਦਾ, ਰੱਬ ਇੱਕ ਅਨੁਭਵ ਕਰਨ ਵਾਲੀ ਚੀਜ਼ ਹੈ, ਫੀਲ ਕਰਨ ਵਾਲੀ ਚੀਜ਼ ਹੈ, ਰੱਬ ਦਾ ਕੋਈ ਰੂਪ ਨਹੀਂ ਹੈਗਾ। ਕਹਿੰਦਾ ਨਾ ਮੈਨੂੰ ਤਜਰਬਾ ਕਰਾ, ਮੈਂ ਤਾਂ ਦਰਸ਼ਨ ਕਰਨੀ ਆ। ਲੋਕ ਕਹਿੰਦੇ ਰੱਬ ਹੈਗਾ, ਜੇ ਰੱਬ ਹੈ ਹੀ ਦਿਸਦਾ ਹੀ ਨਹੀਂ ਤੇ ਫਿਰ ਹੈ ਹੀ ਨਹੀਂ। ਕਹਿੰਦੇ ਯਾਰ ਕੋਈ ਗੱਲ ਨਹੀਂ, ਕੱਲ੍ਹ ਨੂੰ ਕਰਾਵਾਂਗੇ। ਕੱਲ੍ਹ ਨੂੰ ਐ ਕਿ ਦੁੱਧ ਲਿਆਈ ਸਾਡੇ ਵਾਸਤੇ। ਕਹੋ ਸਤਨਾਮ। ਉਹ ਘਰੋਂ ਦੁੱਧ ਦਾ ਡੋਲੂ ਭਰਿਆ ਤੇ ਦੂਜੇ ਦਿਨ ਮਹਾਂਪੁਰਸ਼ਾਂ ਕੋਲ ਚਲਿਆ ਗਿਆ। ਆਓ ਬੇਟਾ ਲਓ ਮਹਾਰਾਜ ਸਮੁੰਦਰ ਲੈ ਲਓ। ਕਹਿੰਦੇ ਠੀਕ ਹੈ। ਕੀ ਕਹਿੰਦਾ ਸੀ ਤੂੰ? ਕਹਿੰਦੇ ਜੀ ਰੱਬ ਦਿਖਾਓ। ਕਹਿੰਦੇ ਦਿਖਾਉਣੇ ਆ। ਡੋਲੂ ਦਾ ਢੱਕਣ ਖੋਲ੍ਹਿਆ, ਵਿੱਚ ਉਂਗਲ ਮਾਰਨ ਲੱਗੇ। ਮਹਾਂਪੁਰਸ਼ ਬੈਠੇ ਬੈਠੇ ਉਂਗਲ ਮਾਰੀ ਗਏ ਜਿੰਨਾ ਚਿਰ ਉਹ ਬੋਲਿਆ ਨਹੀਂ ਗਾ। ਕਹਿੰਦਾ ਬਾਬਾ ਜੀ ਇਹ 'ਚੋਂ ਕੀ ਲੱਭਦੇ ਹੋ? ਇਹ ਤਾਂ ਸਾਫ਼ ਹੈ। ਕਹਿੰਦੇ ਨਹੀਂ ਮੈਂ ਵੈਸੇ ਤਾਂ ਘਿਓ ਲੱਭਦਾ ਸੀਗਾ। ਦੁੱਧ 'ਚ ਕਹਿੰਦੇ ਘਿਓ ਹੁੰਦਾ ਹੈ? ਹਾਂਜੀ ਹੁੰਦਾ ਹੈ। ਤੇ ਵੀ ਨਿਕਲਦਾ ਕਿਉਂ ਨਹੀਂ ਗਾ? ਮੈਂ ਉਂਗਲ ਮਾਰੀ ਜਾਂਦਾ ਘੰਟੇ ਦਾ ਇਹਦੇ ਵਿੱਚ। ਕੋਈ ਸਤਨਾਮ। ਉਹ ਕਹਿੰਦੇ ਜੀ ਐਂ ਥੋੜ੍ਹਾ ਨਿਕਲਦਾ ਹੁੰਦਾ। ਉਹਦਾ ਜਵਾਬ ਉਸੇ ਤੋਂ ਹੀ ਪ੍ਰਗਟ ਕਰਾਤਾ। ਕਹਿੰਦੇ ਘਿਓ ਤਾਂ ਕੱਢਣ ਵਾਸਤੇ ਇਹਨੂੰ ਗਰਮ ਕਰਨਾ ਪਊਗਾ, ਫਿਰ ਠੰਡਾ ਕਰਨਾ ਪਊ, ਫਿਰ ਦਹੀਂ ਦਾ ਜਾਗ ਲਾਉਣਾ ਪਊ, ਫਿਰ ਇਹ ਜੰਮੂਗਾ, ਫਿਰ ਰਿੜਕਣਾ ਪਊ, ਫਿਰ ਮੱਖਣੀ ਬਣੂ, ਮੱਖਣੀ ਗਰਮ ਕਰਾਂਗੇ, ਫਿਰ ਕਿਤੇ ਜਾ ਘਿਓ ਬਣਦਾ। ਕਹਿੰਦੇ ਇੱਕ ਨਿੱਕੀ ਚੀਜ਼ ਘਿਓ ਕੱਢਣ ਵਾਸਤੇ ਇੰਨਾ ਕੁਛ ਕਰਨਾ ਪਊ ਤੇ ਰੱਬ ਤੈਨੂੰ ਤੁਰੇ ਜਾਂਦੇ ਨੂੰ ਵਿਖਾ ਦਿਆਂ ਮੈਂ? ਐ ਨਹੀਂ ਰੱਬ ਦਿਸਦਾ ਹੁੰਦਾ। ਕਹੋ ਸਤਨਾਮ। ਜਾ ਤੇਰੇ ਸਵਾਲ ਦਾ ਇਹੀ ਜਵਾਬ ਹੈ। ਤੋ ਕਹਿਣ ਤੋਂ ਭਾਵ ਹੈ ਪਰਮੇਸ਼ਰ ਜਿਹੜਾ ਉਹ ਹੈਗਾ। ਇਹ ਕਰੰਟ ਦੀ ਨਿਆਈ, ਜਿਵੇਂ ਸਾਰੇ ਇੰਸਟਰੂਮੈਂਟ ਬਿਜਲੀ ਦੇ ਬਿਜਲੀ ਕਾਰਨ ਹੀ ਕੰਮ ਕਰ ਰਹੇ ਆ ਤੇ ਹੁਣੇ ਹੀ ਚਲੀ ਜਾਵੇ ਤੇ ਸਾਰਾ ਕੁਝ ਬੰਦ ਹੋ ਜਾਂਦਾ। ਆ ਮਾਈਕ ਵੀ ਲੋਹਾ ਬਣ ਜਾਂਦਾ ਹੈ, ਇਹਦੀ ਆਵਾਜ਼ ਵੀ ਬੰਦ ਹੋ ਜਾਂਦੀ ਹੈ। ਇਸੇ ਤਰ੍ਹਾਂ ਹੀ ਜਿਹੜਾ ਹੈ ਅਨੁਮਾਨ, ਮਨ, ਅੱਖਾਂ
ਸੁਤੇ ਸਿੱਧ ਜੜ ਹਨ, ਪਰ ਜਿਸ ਕਰਕੇ ਕੰਮ ਕਰ ਰਹੇ ਹੈ ਉਹ ਆਤਮਾ ਹੈ। ਇਹ ਨਿਸ਼ਾਨੀਆਂ ਹਨ। ਸੋ ਆਤਮ ਹੈ ਜਾਣਿਓ ਜਾਏ, ਸਾਖੀ ਤੀਨ ਅਵਸਥਾ ਗਾਏ। ਇਸ ਤਰ੍ਹਾਂ ਇਸ ਗੱਲ ਤੋਂ ਜਾਣਿਆ ਜਾਂਦਾ ਹੈ ਕਿ ਆਤਮਾ ਹੈਗੀ ਆ। ਭਾਵ ਸਾਖੀ, ਇਹਦੇ ਤਿੰਨ ਸਾਖੀ ਦੱਸਦੇ ਹਨ। ਮਨ ਦੇ ਵਿੱਚ ਵੀ ਆਤਮਾ ਕੰਮ ਕਰਦੀ ਹੈ, ਇੰਦਰੀਆਂ ਦੇ ਵਿੱਚ ਵੀ ਕੰਮ ਕਰਦੀ ਹੈ, ਔਰ ਇਹਨਾਂ ਦੇ ਸੰਪੂਰਨ ਕਰਨ ਵਾਲੇ ਕਰਤਾ ਆਤਮਾ ਦਾ ਅਨੁਮਾਨ ਹੁੰਦਾ ਹੈ ਇਹਨਾਂ ਨੂੰ। ਨੇਤਾ ਸਤ ਜੋ ਪਰਮਾਨੰਦਾ, ਸਰਵਣ ਕਰਿਆ ਜਾ ਪ੍ਰਥਮ ਬਿਲੰਦਾ। ਇਸ ਤਰ੍ਹਾਂ ਉਹ ਪਰਮ ਆਨੰਦ ਹੈ ਜੋ ਨਿਤ ਹੈ, ਨਿਤ ਨਵਾਂ, ਉਹ ਪੁਰਾਣਾ ਨਹੀਂ ਹੁੰਦਾ। ਇੱਕ ਉਹਦੀ ਇਹ ਵੀ ਨਿਸ਼ਾਨੀ ਹੈ, ਇਹ ਵੀ ਲੱਛਣ ਹੈ ਕਿ ਰੱਬ ਹੈ ਜਿਹੜਾ ਆਤਮਾ ਜਿਹੜੀ ਆ ਉਹ ਪੁਰਾਣੀ ਨਹੀਂ ਹੁੰਦੀ। ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾ ਤਾਰ, ਉਹ ਕਦੇ ਵੀ ਜਿਹੜਾ ਹੈ ਉਹ ਪੁਰਾਣਾ ਨਹੀਂ ਹੁੰਦਾ। ਗੁਰੂ ਪਿਆਰਿਓ, ਜੇ ਪਰਮੇਸ਼ਰ ਦੀ ਗੱਲ ਕਰੀਏ ਤੇ ਪਰਮੇਸ਼ਰ ਕਦੇ ਪੁਰਾਣਾ ਨਹੀਂ ਹੁੰਦਾ। ਇਸ ਕਰਕੇ ਉਸ ਦਾ ਇਹ ਵੀ ਇੱਕ ਲੱਛਣ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਸ਼ਬਦ ਸਪਰਸਾ ਰੂਪਾ ਰਸ ਗੰਧਾ, ਜਿਸ ਤੇ ਲਖਤਾ ਇੰਦਰ ਸਬੰਧਾ। ਹੁਣ ਗੁਰੂ ਪਿਆਰਿਓ, ਉਸ ਹਰੀ ਦੀ ਉਪਮਾ ਕਰਨ ਵਾਲੇ ਬੇਅੰਤ ਹੀ ਰਿਸ਼ੀ ਮੁਨੀ ਹੋਏ, ਨਾਰਦ ਬ੍ਰਹਮਾਦਿਕ ਸੁਕ, ਇੰਨੇ ਲੋਕ ਉਹ ਸਵਾਮੀ ਨੂੰ ਗਾ ਰਹੇ ਨੇ, ਗਿਣੇ ਨਹੀਂ ਜਾਂਦੇ। ਤੂੰ ਹਰ ਬੇਅੰਤ, ਤੂੰ ਹਰ ਬੇਅੰਤ, ਤੂੰ ਹਰ ਸਵਾਮੀ, ਤੂੰ ਆਪੇ ਜਾਣੈ ਆਪਣੀ ਭਾਂਤ। ਤੂੰ ਆਪਣੇ ਆਪ ਨੂੰ ਆਪ ਹੀ ਜਾਣਦਾ ਹੈ, ਤੈਨੂੰ ਕੋਈ ਦੂਸਰਾ ਬਿਆਨ ਨਹੀਂ ਕਰ ਸਕਦਾ। ਤੂੰ ਕਿੱਡਾ ਕੁ ਵੱਡਾ ਹੈ। ਜਿੰਨਾ ਕੁ ਸਾਨੂੰ ਜਨਾ ਦਿੰਦਾ ਓਨਾ ਕੁ ਜਾਣ ਲੈਂਦੇ ਆ। ਕਿਸੇ ਨੂੰ ਉਹਨੇ ਤਾਕਤ ਦੇਤੀ, ਗਾਵੇ ਕੋ ਤਾਨ ਹੋਵੇ ਕਿਸੇ ਤਾਨ, ਕਿਸੇ 'ਚ ਜ਼ੋਰ ਪਾਤਾ। ਉਹ ਕਹਿੰਦੇ ਵੀ ਰੱਬ ਨੇ ਜ਼ੋਰ ਦਿੱਤਾ ਹੈ, ਇਹ ਉਹਦੀ ਦਾਤ ਹੈ, ਉਹ ਜ਼ੋਰ ਕਰਕੇ ਹੀ ਗਾ ਰਿਹਾ ਹੈ। ਗਾਵੇ ਕੋ ਦਾਤ ਜਾਣਾ ਨਿਸ਼ਾਨ। ਕੋਈ ਕਹਿੰਦਾ ਵੀ ਪਰਮੇਸ਼ਰ ਨੇ ਸਾਡੇ ਘਰੇ ਪੁੱਤਰ ਦਿੱਤਾ, ਇਹ ਪੁੱਤਰ ਉਹਦੀ ਦਾਤ ਹੈ। ਕੋਈ ਇਸ ਕਰਕੇ ਉਹਦੀ ਇਉਂ ਸਿਫਤ ਕਰ ਰਿਹਾ। ਕਿੰਨੇ ਤਰ੍ਹਾਂ ਨਾਲ ਦੁਨੀਆ ਸਿਫਤ ਕਰਦੀ ਆ, ਪਰ ਪੂਰਾ ਰੱਬ ਕਿਸੇ ਨੇ ਨਹੀਂ ਦੱਸਿਆ। ਗਾਵੇ ਕੋ ਤਾਨ ਹੋਵੇ ਕਿਸੇ ਤਾਨ, ਗਾਵੇ ਕੋ ਦਾਤ ਜਾਣੈ ਨਿਸ਼ਾਨ। ਗਾਵੇ ਕੋ ਗੁਣ ਵਡਿਆਈਆਂ ਚਾਰ, ਕਿਸੇ 'ਚ ਗੁਣ ਭਰਤਾ ਕਥਾ ਕਰਨ ਦਾ, ਕਿਸੇ 'ਚ ਕੀਰਤਨ ਕਰਨ ਦਾ, ਤੇ ਇਹ ਵੀ ਉਹਦੀ ਬਖਸ਼ਿਸ਼ ਹੈ। ਪਰ ਕਿੰਨੀਆਂ ਚੀਜ਼ਾਂ ਉਹਨੇ ਦਿੱਤੀਆਂ, ਸਾਰੀਆਂ ਨਹੀਂ ਗਾ ਸਕਦੇ ਆਪਾਂ, ਸਾਰੀਆਂ ਨਹੀਂ ਦੱਸ ਸਕਦੇ। ਜਿਵੇਂ ਚਾਰ ਮਨੁੱਖ ਹੈ ਅੰਧੇ, ਹੁਣ ਉਹਨਾਂ ਅੰਧੇ ਮਨੁੱਖਾਂ ਨੂੰ ਹਾਥੀ ਵਿਖਾਉਣਾ ਹੈ, ਤੇ ਉਹਨਾਂ ਚਾਰਾਂ ਨੂੰ ਹਾਥੀ ਦਾ ਹੁਣ ਸਪਰਸ਼ ਕਰਵਾਇਆ ਗਿਆ। ਦਿਸਦਾ ਤਾਂ ਹੈ ਨਹੀਂ ਗਾ, ਬਈ ਲਓ ਵੀ ਸਪਰਸ਼ ਕਰ ਲਓ ਹਾਥੀ ਬਾਰੇ। ਇੱਕ ਬੰਦੇ ਨੂੰ ਉਸ ਹਾਥੀ ਦੀ ਲੱਤ ਫੜਾ ਦਿੱਤੀ ਵੀ ਆਹ ਹਾਥੀ ਹੈ। ਹੁਣ ਲੱਤ ਤਾਂ ਹਾਥੀ ਦੀ ਹੈ ਨਾ। ਉਸ ਬੰਦੇ ਨੇ ਉਸ ਲੱਤ ਨੂੰ ਚੰਗੀ ਤਰ੍ਹਾਂ ਟੋਹਿਆ ਉੱਪਰੋਂ ਲੈ ਕੇ ਥੱਲੇ ਤੱਕ, ਤੇ ਦੂਜੇ ਨੂੰ ਕਹਿੰਦੇ ਢਿੱਡ 'ਤੇ ਹੱਥ ਲਵਾਤਾ ਵੀ ਆਹ ਹਾਥੀ ਹੈ ਭਾਈ। ਉਹ ਢਿੱਡ ਵੀ ਹਾਥੀ ਦਾ ਹੀ ਹੈ। ਉਹਨੇ ਢਿੱਡ 'ਤੇ ਇੱਦਾਂ ਹੱਥ ਮਾਰਿਆ ਦੂਰ ਤੱਕ। ਤੀਜੇ ਨੂੰ ਉਹਦੇ ਕੰਨ ਫੜਾ ਦਿੱਤੇ ਵੀ ਆਹ ਹਾਥੀ ਆ। ਉਹਨੇ ਉਸ ਕੰਨ ਨੂੰ ਪੱਤਿਆਂ ਦੀ ਤਰ੍ਹਾਂ ਟੋਹ ਕੇ ਦੇਖਿਆ, ਤੇ ਚੌਥੇ ਨੂੰ ਉਹਦੀ ਸੁੰਡ ਫੜਾਤੀ ਵੀ ਆਹ ਹਾਥੀ ਹੈ। ਹੁਣ ਚਾਰਾਂ ਨੂੰ ਹਾਥੀ ਫੜਾਇਆ, ਕਹੋ ਸਤਿਨਾਮ। ਤੇ ਚਾਰਾਂ ਦੇ ਜਵਾਬ ਅੱਡੋ ਅੱਡ ਹੈ। ਪਹਿਲੇ ਨੂੰ ਪੁੱਛਿਆ ਵੀ ਹਾਥੀ ਕਿਹੋ ਜਿਹਾ ਲੱਗਿਆ, ਕਹਿੰਦਾ ਯਾਰ ਪਿੱਲਰ ਵਰਗਾ ਹੈ। ਗਾਵੇ ਕੋ ਤਾਨ ਹੋਵੇ ਕਿਸੇ ਤਾਨ, ਗਾਵੇ ਕੋ ਦਾਤ ਜਾਣੇ ਨਿਸ਼ਾਨ। ਕੋਈ ਕੁਛ ਲੈ ਕੇ ਗਾ ਰਿਹਾ, ਕੋਈ ਕੁਛ ਲੈ ਗਾ ਰਿਹਾ। ਪਹਿਲੇ ਨੂੰ ਪੁੱਛਿਆ ਹਾਥੀ ਕਿਹੋ ਜਿਹਾ ਫੀਲ ਕੀਤਾ, ਕਹਿੰਦਾ ਯਾਰ ਐਂ ਲੱਗਦਾ ਜਿਵੇਂ ਥੰਮ ਹੁੰਦਾ, ਇਹੋ ਜਿਹਾ ਹਾਥੀ ਹੈ। ਦੂਜੇ ਨੂੰ ਪੁੱਛਿਆ ਵੀ ਤੂੰ ਕਿਹੋ ਜਿਹਾ ਦੇਖਿਆ, ਮੇਰਾ ਖਿਆਲ ਹੈ ਵੀ ਹਾਥੀ ਢੋਲ ਵਰਗਾ ਹੋਣਾ, ਕਿਉਂਕਿ ਪੇਟ ਉਹਦਾ ਢੋਲ ਵਾਂਗੂ ਹੈ। ਕੋਈ ਸਤਿਨਾਮ। ਤੀਜੇ ਨੂੰ ਪੁੱਛਿਆ ਵੀ ਤੂੰ ਕਿਹੋ ਜਿਹਾ ਦੇਖਿਆ, ਕਹਿੰਦਾ ਵੀ ਯਾਰ ਪੱਤਿਆਂ ਵਰਗਾ ਹਾਥੀ, ਜਿਵੇਂ ਖੰਭ ਹੁੰਦੇ ਆ, ਪੱਤੇ ਹੁੰਦੇ ਆ, ਜਾਂ ਪੱਖਾ ਪੁੱਖਾ ਹੁੰਦਾ ਹੱਥ ਵਾਲਾ। ਤੇ ਚੌਥੇ ਨੂੰ ਪੁੱਛਿਆ, ਉਹ ਕਹਿੰਦਾ ਜੇ ਪੈਪ ਵਰਗਾ, ਸੁੰਡ ਦੇ ਮੂਹਰੇ ਮੋਰੀ ਸੀਗੀ, ਨੱਕ ਉਹਦਾ, ਕਹਿੰਦੇ ਪੈਪ ਵਰਗਾ ਹਾਥੀ ਹੈ। ਹੁਣ ਚਾਰਾਂ ਨੇ ਹਾਥੀ ਦੀ ਪੂਰੀ ਸ਼ਕਲ ਨਹੀਂ ਦੱਸੀ। ਜਿੰਨਾ ਕੋ ਉਹਨਾਂ ਨੇ ਵੇਖਿਆ, ਆਪ ਆਪਣੀ ਬੁੱਧ ਹੈ ਜੇਤੀ, ਬਰਨਤ ਭਿੰਨ ਭਿੰਨ ਤੋਹ ਤੇਤੀ, ਤੁਮਰਾ ਲੱਖਾਂ ਨਾ ਜਾਏ ਪਸਾਰਾ, ਕਹਿ ਬਿਟ ਸਜਾ ਪ੍ਰਥਮ ਸੰਸਾਰ। ਤਾਂ ਅੰਤ ਕੋ ਚਾਹਣ ਜੋਗ ਐਸੇ ਆਏ, ਅੰਤ ਗਵਾਏ। ਹੁਣ ਉਹ ਆਤਮਾ ਜਿਹੜੀ ਹੈ ਸਾਡੀਆਂ ਨਾ ਇੰਦਰੀਆਂ 'ਚ ਕੰਮ ਕਰਦੀ ਹੈ। ਅੱਖਾਂ 'ਚ ਦੇਖਦੀ ਹੈ, ਕੰਨਾਂ 'ਚੋਂ ਸੁਣਦੀ ਹੈ, ਨਾਸਿਕਾ 'ਚੋਂ ਸੁੰਘਦੀ ਹੈ, ਰਸਨਾ 'ਤੇ ਬੋਲਦੀ ਹੈ। ਪਰ ਇਹਨਾਂ ਪੰਜਾਂ ਦੇ ਸੁਭਾਅ ਵੇਖੋ, ਇਹਨਾਂ ਦਾ ਕੰਮ ਕੀ ਹੈ? ਅਲੱਗ ਅਲੱਗ ਸ਼ਬਦ, ਜ਼ੁਬਾਨ ਦਾ ਕੰਮ ਹੈ ਸ਼ਬਦ ਬੋਲਣਾ,
ਔਰ ਚਮੜੀ ਦਾ ਕੰਮ ਹੈ ਸਪਰਸ਼ ਦੇ ਨਾਲ ਚੀਜ਼ ਲੱਭਣੀ। ਹਨੇਰੇ ਵਿੱਚ ਤੁਸੀਂ ਰਸੋਈ ਵਿੱਚੋਂ ਡੱਬੀ ਲੱਭਦੇ ਹੋ ਸਿੱਖਾਂ ਵਾਲੀ, ਉਹ ਐ ਸਪਰਸ਼ ਦੇ ਨਾਲ ਹੀ ਲੱਭਦੇ ਹੋ, ਦਿਸਦੀ ਤਾਂ ਹੈ ਨਹੀਂ ਗੀ, ਪਰ ਸਪਰਸ਼ ਕਰਦਿਆਂ ਪਤਾ ਲੱਗ ਜਾਂਦਾ ਵੀ ਇਹ ਮਾਚਿਸ ਹੈ। ਕਹੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਦਾ ਸੁਭਾਅ ਹੈ ਸਪਰਸ਼ ਚਮੜੀ ਦਾ, ਤੇ ਅੱਖਾਂ ਦਾ ਸੁਭਾਅ ਹੈ ਰੂਪ ਦੇਖਣਾ, ਰੂਪ ਦੇਖ ਕੇ ਸਮਝਣਾ। ਔਰ ਜੀਭਾ ਦੇ ਵਿੱਚ ਰਸ ਪੈਦਾ ਹੁੰਦਾ ਇੱਕ, ਤੇ ਗੰਧ ਨਾਸਕਾ ਜਿਹੜੀ ਹੈ ਖੁਸ਼ਬੂ ਬਦਬੂ ਨੂੰ ਦੇਖ ਕੇ ਦੱਸਦੀ ਹੈ ਇਹ ਗੁਲਾਬ ਦਾ ਫੁੱਲ ਹੈ ਕਿ ਗੇਂਦੇ ਦਾ ਫੁੱਲ ਹੈ ਕਿ ਇੱਥੇ ਚਿੱਕੜ ਹੈ। ਕਹੋ ਸਤਨਾਮ ਸ੍ਰੀ। ਜਿਸ ਤੇ ਲਖਤ ਇੰਦਰੀ ਸੰਬੰਧ, ਇਹਨਾਂ ਇੰਦਰੀਆਂ ਦਾ ਸੰਬੰਧ ਇਹਨਾਂ ਸੁਭਾਵਾਂ ਦੇ ਨਾਲ ਹੈ, ਤੇ ਇਹਨਾਂ ਚੀਜ਼ਾਂ ਨੂੰ ਸਾਡੀ ਆਤਮਾ ਨੇ ਜਾਣਨਾ ਹੁੰਦਾ ਹੈ। ਆਤਮਾ ਸਾਖੀ ਹੈ ਕੋਈ, ਇਮ ਜਬ ਸਮਝ ਬਿਕੋ ਲੋਕਣ ਹੋਏ। ਬਿਲੋਕਣ ਹੋਏ ਇਦਾਂ ਵੀ ਸਮਝਿਆ ਜਾ ਸਕਦਾ ਹੈ। ਅਸੀਂ ਸਪਰਸ਼ ਕਰਕੇ ਵੀ ਸਾਡੀ ਆਤਮਾ, ਸਾਡੀ ਅੰਤਰਾਤਮਾ ਜਾਣ ਲੈਂਦੀ ਹੈ। ਵਿਕਾਸ ਨੂੰ ਹੱਥ ਲਾਇਆ, ਕੱਪੜੇ ਨੂੰ ਲਾਇਆ, ਕਿ ਮੈਕ ਨੂੰ ਲਾਇਆ, ਕਿ ਤਲਵਾਰ ਨੂੰ ਲਾਇਆ, ਕਾਸ ਨੂੰ ਹੱਥ ਲਾਇਆ। ਆਤਮਾ ਅਸੀਂ ਆਪਣੇ ਆਪ ਨੇ ਜਾਣ ਲਿਆ। ਆਪਾਂ ਉਹ ਆਪਾਂ ਆ ਨਹੀਂ ਹੈਗੇ, ਇਹ ਤਾਂ ਬਾਡੀਆਂ ਦਾ ਕੱਪੜੇ ਹੈ। ਕਰਮੀ ਆਵੇ ਕੱਪੜਾ, ਇਹ ਤਾਂ ਆਪਾਂ ਛੱਡ ਜਾਣੇ ਆ ਇੱਥੇ ਹੀ, ਤੇ ਪਹਿਲਾਂ ਕਈ ਛੱਡ ਗਏ। ਤੇ ਇਹੋ ਜਿਹੇ ਕੱਪੜੇ ਆਪਾਂ ਕਈ ਪਾੜੇ, ਤੇ ਕਈ ਪਹਿਨੇ, ਤੇ ਕਈ ਛੱਡੇ। ਐਸੇ ਘਰ ਹਾਂ ਬਹੁਤ ਵਸਾਏ, ਕਬੀਰ ਸਾਹਿਬ ਜੀ ਕਹਿੰਦੇ। ਤੇ ਹੁਣ ਜਬ ਹਮ ਰਾਮ ਗਰਭ ਹੋਏ ਆਏ, ਹੁਣ ਅਸੀਂ ਰਾਮ ਦੇ ਘਰੇ ਜੰਮੇ ਆ, ਗੁਰੂ ਘਰੇ ਜੰਮੇ ਆ, ਭਾਵ ਉਹਨਾਂ ਨੂੰ ਰਾਮ ਦੇ ਉਪਾਸਕ ਸੀ ਕਬੀਰ ਸਾਹਿਬ ਜੀ। ਤਾਂ ਇਸ ਤਰ੍ਹਾਂ ਗੁਰੂ ਪਿਆਰਿਓ, ਆਤਮਾ ਜਿਹੜਾ ਹੈ ਇੰਦਰੀਆਂ ਦੇ ਵਿੱਚ ਵਰਤਦਾ ਹੈ, ਇੰਦਰੀਆਂ ਦੇ ਰਾਹੀਂ ਸੰਸਾਰ ਨੂੰ ਜਾਣਦਾ ਹੈ। ਔਰ ਇਮ ਜਬ ਲੋਕਣ ਹੋਏ, ਇਸ ਤਰ੍ਹਾਂ ਵੀ ਆਤਮਾ ਸਾਖੀ ਹੋ ਗਿਆ ਇਹਨਾਂ ਦਾ। ਗੰਧ ਸਪਰਸ਼ ਰੂਪ ਰਸ ਗੰਧ ਸ਼ਬਦ ਆਦਿ ਜਾਣ ਲੈਣਾ ਜੀ। ਇਸ ਕਾ ਨਾਮ ਜਾਣ ਅਨੁਮਾਨ, ਉਪਮਾਨ ਸਰਵਣ ਉਪਰੰਤ ਮਨਨ ਇਸ ਜਾਣ। ਹੁਣ ਇਹ ਹੈ ਅਨੁਮਾਨ, ਅੰਦਾਜ਼ਾ। ਇਹਨਾਂ ਦੇ ਨਾਲ ਸੀ ਅੰਦਾਜ਼ਾ ਲਾਉਣੇ ਆ, ਨੱਕ ਦੇ ਨਾਲ ਸੁੰਘ ਕੇ ਅੰਦਾਜ਼ਾ ਲਾਉਣੇ ਆ, ਅੱਖਾਂ ਨਾਲ ਵੇਖ ਕੇ ਅੰਦਾਜ਼ਾ ਲਾਉਣੇ ਆ। ਇਹ ਬੰਦਾ ਪਹਿਲਾਂ ਕਿਤੇ ਵੇਖਿਆ ਸੀ ਯਾਰ, ਲੱਗਦੀ ਹੈ ਸ਼ਕਲ ਉਹੀ ਹੈ ਪਹਿਲਾਂ ਵਾਲੀ। ਕਹੋ ਸਤਨਾਮ। ਫਿਰ ਗਾਂ ਪੁੱਛ ਗਿੱਛ ਕਰਕੇ ਅਸੀਂ ਉਹਨੂੰ ਪੱਕਾ ਹੀ ਜਾਣ ਲੈਂਦੇ ਹਾਂ, ਹਾਂ ਉਹੀ ਆ ਫਲਾਣੇ ਥਾਂ ਵਾਲਾ। ਕਹੋ ਸਤਨਾਮ। ਪਹਿਲਾਂ ਅੰਦਾਜ਼ਾ ਜਿਹਾ ਲਾਇਆ ਵੀ ਬੰਦਾ ਪਹਿਲਾਂ ਕਿਤੇ ਵੇਖਿਆ, ਇਹਨੂੰ ਕਹਿੰਦੇ ਆ ਅਨੁਮਾਨ। ਦੂਸਰਾ ਪੁਆਇੰਟ, ਤੀਸਰਾ ਪੁਆਇੰਟ ਹੈ ਉਪਮਾਨ। ਸ਼ਰਵਣ ਉਪਰੰਤ ਮੰਨਣ ਇਸ ਜਾਣ। ਉਪਮਾਨ ਦਾ ਮਤਲਬ ਹੈ ਪੁੱਛਿਆ ਵੀ ਤੂੰ ਫਲਾਣੇ ਪਿੰਡ ਵਾਲਾ, ਕਹਿੰਦੇ ਹਾਂ, ਫਿਰ ਉਸ ਨੂੰ ਸੁਣਦਿਆਂ ਹੀ ਮੰਨ ਲੈਣਾ ਵੀ ਹਾਂ ਵਾਕਿਆ ਹੀ ਆਪਾਂ ਪਹਿਲਾਂ ਗੱਡੀ 'ਚ ਮਿਲੇ ਸੀ, ਜਾਂ ਕਿਤੇ ਫਲਾਣੇ ਥਾਂ ਆਪਾਂ ਸਟੇਸ਼ਨ 'ਤੇ ਮਿਲੇ ਸੀ, ਕਿਤੇ ਹੋਰ ਮਿਲੇ ਸੀ। ਇਸ ਤਰ੍ਹਾਂ ਇਹ ਉਪਮਾਨ ਹੈ। ਸਾਤਾ ਨਿਸਰੰਸਾ ਅਨੰਤਾ ਅਖੰਡ। ਇਹ ਬਾਹਰਲੀਆਂ ਦਾ ਉਦਾਹਰਨ ਹੈ ਕੇਵਲ। ਇਸੇ ਤਰ੍ਹਾਂ ਹੀ ਅੰਦਰੋਂ ਅੰਦਾਜ਼ਾ ਲਾਉਣਾ ਉਸ ਪਰਮੇਸ਼ਰ ਨੂੰ ਜਾਣਨ ਵਾਸਤੇ। ਉਪਮਾਨ ਦਾ ਮਤਲਬ ਕਿ ਉਹ ਸੱਤ ਹੈ, ਉਹ ਸੱਚ ਹੈ, ਸਦਾ ਰਹਿਣ ਵਾਲਾ। ਇੱਕ ਤਾਂ ਉਹਦਾ ਇਹ ਮਤਲਬ ਹੈ ਨਿਰਸ, ਉਹ ਰਸਾਂ ਨਾਲ ਨਹੀਂ ਜੁੜਿਆ ਹੋਇਆ, ਰਸਾਂ ਕਸਾਂ ਤੋਂ ਪਰੇ ਹੈ, ਤੇ ਸਾਰੇ ਰਸਾਂ ਨੂੰ ਭੋਗਣ ਵਾਲਾ ਵੀ ਉਹ ਹੈ। ਨਵੋ ਸਰਬ ਰੋਗੇ, ਨਵੋ ਸਰਬ ਭੋਗੇ, ਨਵੋ ਸਰਬ ਜੋਗੇ, ਜੋਗੀ ਵੀ ਹੈ। ਸਾਡੇ ਅੰਦਰ ਜਿਹੜਾ ਯੋਗ ਅਸੀਂ ਕਰਦੇ ਹਾਂ, ਪਰਮੇਸ਼ਰ ਨਾਲ ਜੁੜਨ ਦਾ ਕੰਮ ਜੋ ਕਰਦੇ ਹਾਂ, ਆਰਾਧਨਾ ਕਰਦੇ ਹਾਂ, ਸਾਡੀ ਆਰਾਧਨਾ ਦੇ ਵਿੱਚ ਉਹੀ ਆ ਨਮੋ ਜੋਗ ਜੋਗੇ, ਨਮੋ ਸਰਬ ਭੋਗੇ, ਨਮੋ ਸਰਬ ਕਰਤਾ, ਨਮੋ ਸਰਬ ਹਰਤਾ। ਇਸ ਤਰ੍ਹਾਂ ਜਾਪ ਸਾਹਿਬ ਦੇ ਵਿੱਚ ਪਾਤਸ਼ਾਹ ਜੀ ਨੇ ਬਖਸ਼ਾਂ ਕੀਤੀਆਂ ਹਨ। ਉਸ ਪਰਮੇਸ਼ਰ ਦੇ ਕੁਝ ਲੱਛਣ ਹਨ, ਇਹ ਜਾਣਨ ਵਾਸਤੇ ਸੁਣ ਕੇ ਸਮਝ ਆਉਂਦੀ ਹੈ ਵੀ ਉਹ ਸੱਤ ਹੈ, ਉਹ ਰਸਾਂ ਤੋਂ ਉੱਤੇ ਹੈ, ਉਹ ਅਨੰਤ ਹੈ, ਉਹਦਾ ਅੰਤ ਨਹੀਂ ਹੈ, ਉਹ ਅਖੰਡ ਹੈ, ਉਹਨੂੰ ਖੰਡਿਆ ਤੋੜਿਆ ਭੰਨਿਆ ਖਤਮ ਕੀਤਾ ਨਹੀਂ ਜਾ ਸਕਦਾ, ਉਹ ਸਦਾ ਰਹਿਣ ਵਾਲਾ ਹੈ। ਬਹਿਰੰਤਰ, ਅੰਦਰ ਤੇ ਬਾਹਰ ਦੋਵੇਂ ਥਾਵਾਂ 'ਤੇ ਹੈ। ਤੁਹਾਡੇ ਬਾਹਰਲੇ ਪਾਸੇ ਵੀ ਵਾਯੂ ਚੱਲ ਰਹੀ ਹੈ, ਪ੍ਰਾਣਾ ਵਾਯੂ, ਜਿਹਦੇ ਵਿੱਚ ਆਪਾਂ ਸਵਾਸ ਲੈ ਰਹੇ ਹਾਂ, ਤੇ ਇਹ ਸਵਾਸ ਸਾਡੇ ਅੰਦਰ ਵੀ ਜਾ ਰਿਹਾ ਹੈ। ਇਸ ਕਰਕੇ ਉਹ ਬਹਿਰੰਤਰ, ਅੰਦਰ ਤੇ ਬਾਹਰ ਪੂਰਨ ਬ੍ਰਹਿਮੰਡ, ਸਾਰੇ ਬ੍ਰਹਿਮੰਡ ਵਿੱਚ ਵਿਆਪਕ ਹੈ। ਇਹ ਮਾਨੋ ਉਪਮਾਨ ਹੈ, ਸੁਣ ਕੇ ਮੰਨ ਲੈਣਾ। ਵਿਆਪਕ ਹੈ ਆਕਾਸ਼ ਕੀ ਨਿਆਈ, ਘਾਟ ਮਟ ਮਹਿ ਲਿਖੀਏ ਸਭ ਥਾਈ। ਇਸ ਤਰ੍ਹਾਂ ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਜਿਹੜਾ ਹਰ ਥਾਂ ਤੇ ਵਿਆਪਕ ਹੈ, ਹਰ ਥਾਂ ਤੇ ਘਟ ਮਟ
ਘਟ ਹੁੰਦਾ ਹਿਰਦੇ ਦੇ ਵਿੱਚ ਤੇ ਬਾਹਰਲੇ ਪਾਸੇ ਤੇ ਅੰਦਰਲੇ ਪਾਸੇ ਸਾਰੇ ਬ੍ਰਹਿਮੰਡ ਦੇ ਵਿੱਚ ਜਿਮੀ ਅਸਮਾਨ ਕੇ ਸਮਸਤ बीच एक जोत है ना बाध है ना घाट है ना घाट बाध होत है। घट हो गए बदल, बदलों विच भी आकाश है। हाँ ये ठीक है कि बदलों के पिछे आकाश लुक गया। जदों बदल हो जाते असीं कहने आ किन्ने बदल आ बई बल्ले बल्ले, तो जदों बदल बढ़ जाती है बाकी की बचदा आकाश। को सत आकाश साफ हो गया, हुण एक हो गया। पहला अनेका सीगा, बदलों करके गिनती बन गई। जदों बदल खत्म हो गए फिर एक हो गया। एक है अनेक है, अनेक है फिर एक है। इस तरह एक तो अनेका है तो अनेका तो एक हो जाता है। वो परमेश्वर जिहड़ा है इस तरह का है, आकाश की तरह व्यापक है। उत्ते बदलों में भी है तो थले समुंदर दे विच भी दिखाई दे रहा है। जिन्ने मर्जी घड़े भर के रख दो पानी दे, सारियां विच आकाश है उस तरह। अपमान परमान लखीजै, जै दोसर के सम जानीजै। यह है तीसरा प्रमाण, तीसरा पॉइंट कि वो हर थां ते वसदा है। इउं ये दूसरे की उपमा दिती जाती है, फलाने वांग जानो, पर परमेश्वर दे वर्गा होर कोई नहीं है, उहदे वर्गा उहो ही आ। उहदे बारे किवें दसीए? तो उहदे वास्ते जानने वास्ते सानू खुद नूं जानना पैना है। जदों परमेश्वर ने मनुख नूं दुनिया विच भेजिया ना, इहदे कंन विच एक फूक मार दित्ती, बई मैं तेरे वर्गा होर नहीं बनाया। को सतनाम सी। हुण कई तां ये सोच लैंदे ने, समझ लैंदे आ गुरमुख बन के बई असीं परमेश्वर दे बच्चे आ, बाकी साडे चेहरे नहीं रलदे गे। पर कई कहते हैं मेरे वर्गा किहड़ा होए, वो हंकार की गल हो जाती है। को सतनाम, वो हंकार की गल हो जाती है। मेरे वर्गा किहड़ा, मेरे वर्गा तो मैं ही आ, मैं ऐ कर दूँ, ये कर दूँ, वो कर दूँ। ये गुरमुख है, वो कहते हैं कि सारियां विच परमेश्वर है, बाहरों अनेका रूप बनाए आ पर अंदरों एको ही आ। इस करके वो परिपूर्ण परमेश्वर परमात्मा ने सानू भेजदिया होया ये भी दसिया कि तू मेरा ही रूप है, तेरे वर्गा होर कोई नहीं। इस करके सानू दूजे नाल जुड़न की बजाय खुद नाल जुड़न की लोड़ है। निज स्वरूप दोने नेत्रां नूं चौथा हिस्सा खोले रख के चौंकड़ा मार के आओ, 2 मिनट जप के देखिए। चौंकड़े मारो, चौंकड़ा मार करके हत्थां नूं चाहे झोली च रख लो, चाहे गोडियां दे जिवें भी सैट बहिंदे आ। और धौण सीधी, सिर सीधा, ढूई सीधी, पलकां नीवीआं, अखां बंद नहीं करनियां। चौथा हिस्सा अख खुली रहनी चाहिए है। तुहानूं अपना सवास दिखाई देना चाहिए, दिसदा भावें नहीं, पर जिथे एंटर हो रहा उत्थे असीं निशाना लाउणा। को सतनाम, उत्थे देखना जिथों एंटर हो रहा। धुन मैं ध्यान इत्थे साडे मुख दे विचों आवाज़ निकली है वाहिगुरू दी, तां ते नेत्रां दा ध्यान वाहिगुरू मंत्र ते ला लो। इत्थों इत्थे ला लो, इत्थों इत्थे लाओ। आपां ही कहना है, आपां ही देखना है, ते आपां ही सुनना है और अपने आपे नाल जुड़ना है। शुरू करो। वाह गुरु, 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 वाह गुरु। वाहिगुरु गुर मंत्र है, जप हउमੈ खोई। बस यही गुरु नानक के घर का वड्डा मंत्र है। बस ये जपन का ढंग है, इनू इदां जपो। अपने आपे का ध्यान धरना, किसी दूजी फोटो का ध्यान नहीं धरना, दूजे बंदे का ध्यान नहीं धरना। जे फोटो ध्यान धरना होंदा तो गुरु साहब ने इन्नी बाणी रची है, इन्नी रचना की इतिहास की, किते ना किते कह देंदे मेरा ध्यान धर लियो। को सतनाम। बल्कि उन्होंने कहा मैनू रब नहीं कहनागा, मेरा रूप ग्रंथ जी जान, इसमें भेद न रंच कमान। जो मुझ बचन करन की चाहे, ग्रंथ विचार सुनो चित लाए। तो ग्रंथ साहब की कहते हैं, अपने निज स्वरूप नाल जुड़ना। निज हुंदा अपना आपा, दूजे नाल नहीं जुड़ना, अपने आपे नाल जुड़ना। तो जुड़ करके फिर जपना वाह गुरु, 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 वाह गुरु,
ਵਾਹਿਗੁਰੂ 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 ਜਦੋਂ ਵੀ ਵਿਹਲੇ ਹੋਈਏ, ਡਿਊਟੀ ਦੇ ਵਿਹਲੇ ਹੋਈਏ, ਦਫ਼ਤਰ 'ਚ ਵਿਹਲੇ ਹੋਈਏ, ਘਰ ਵਿੱਚ ਵਿਹਲੇ ਹੋਈਏ, ਤਾਂ ਉਸੇ ਵੇਲੇ ਤੁਸੀਂ ਕਿਸੇ ਖੂੰਜੇ 'ਚ ਬੈਠ ਕੇ ਇਹ ਕੰਮ ਕਰ ਸਕਦੇ ਹੋ। ਨੇਤਰਾਂ ਨੀਵੇਂ ਰੱਖਣੇ ਆ, ਅੱਖਾਂ ਬੰਦ ਨਹੀਂ ਕਰਨੀਆਂ, ਆਪਣੇ ਆਪੇ ਦੇ ਚਿਹਰੇ ਨੂੰ ਦੇਖਣਾ। ਇਹਨੂੰ ਕਹਿੰਦੇ ਆ ਜੋਤੀ ਜੋਤ ਮਿਲਾਉਣਾ। ਜੋਤੀ ਸਰੂਪ ਕੀ ਆ? ਚਿਹਰਾ। ਜੋਤੀ ਸਰੂਪ ਗੁਰਦੁਆਰਾ ਸਾਹਿਬ ਦਾ ਵੀ ਨਾਮ ਹੈ ਇੱਕ, ਫਤਿਹਗੜ੍ਹ ਸਾਹਿਬ ਵਿਖੇ। ਉਹ ਜੋਤੀ ਸਰੂਪ ਦਾ ਅਰਥ ਕੀ ਹੈ ਕਿ ਉੱਥੇ 3 ਸਰੂਪ ਹੈ, ਮਾਤਾ ਗੁਜਰੀ ਜੀ ਅਤੇ 2 ਸਾਹਿਬਜ਼ਾਦਿਆਂ ਦਾ ਸਥਾਨ ਆ। ਉਹ ਕੋ ਸਤਨਾਮ। ਜੋਤੀ ਸਰੂਪ ਦਾ ਮਤਲਬ 3 ਰੂਹਾਂ ਨੇ ਉੱਥੇ, 2 ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ। ਤਾਂ ਇੱਥੇ ਜੋਤੀ ਸਰੂਪ ਦਾ ਅਰਥ ਆਪਾਂ ਕੀ ਬਣਾਵਾਂਗੇ? ਆਪਣਾ ਚਿਹਰਾ। ਕੋ ਸਤਨਾਮ। ਤੇ ਜੋਤ ਕੀ ਹੈ? ਅੱਖਾਂ ਦੀ ਲਾਈਟ। ਅੱਖਾਂ ਦੀ ਲਾਈਟ ਨੂੰ ਆਪਣੇ ਚਿਹਰੇ ਨਾਲ ਜੋੜਨਾ, ਇਹ ਹੈ ਜੋਤੀ ਜੋਤ ਮਿਲਾਉਣਾ। ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਇੱਕ ਪਾਣੀ ਹੈ ਨਾ, ਪਾਣੀ ਜੰਮ ਗਿਆ, ਜੰਮ ਕੇ ਬਰਫ਼ ਬਣ ਗਿਆ। ਪਹਿਲਾ ਪਾਣੀ ਬੜਾ ਕੋਮਲ ਸੀਗਾ, ਪਾਣੀ ਦਾ ਜੱਗ ਮਾਰੋ ਕਿਸੇ ਦੇ ਕੋਈ ਫਰਕ ਨਹੀਂ ਪੈਂਦਾ। ਜੰਮਿਆ ਹੋਇਆ ਡਾਲਾ ਕਿਸੇ ਦੇ ਮਾਰੋ ਬਰਫ਼ ਦਾ, ਉਹ ਸੱਟ ਮਾਰੂਗਾ। ਕੋਈ ਸਤਨਾਮ। ਹੁਣ ਉਸ ਪਾਣੀ ਨੂੰ ਉਹਦੀ ਅਸਲੀ ਅਵਸਥਾ 'ਚ ਲੈ ਕੇ ਜਾਣਾ ਹੈ ਤੇ ਕੀ ਕਰਨਾ ਪਊਗਾ? ਸੂਰਜ ਦੀ ਧੁੱਪ ਲਾਉਣੀ ਪਊ ਉਹਨੂੰ। ਤੇ ਜਦੋਂ ਹੀ ਸੂਰਜ ਦੀਆਂ ਕਿਰਨਾਂ ਬਰਫ਼ ਤੇ ਪਈਆਂ ਤੇ ਜਲ ਕਾ ਜਲ ਹੁਆ ਰਾਮ, ਜੋ ਪਹਿਲਾਂ ਸੀ ਜਿਉਂ ਕਾ ਤਿਉਂ ਹੋ ਗਿਆ। ਕਹੋ ਸਤਨਾਮ। ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ। ਅੱਖਾਂ ਦੀ ਕਿਰਨ ਆਪਣੇ ਚਿਹਰੇ ਤੇ ਪਈ, ਦੋਨੇ ਜੁੜ ਗਏ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਇਹ ਵੀ ਆਪਣੇ ਘਰ ਵੱਲ ਚੱਲਣਾ ਸ਼ੁਰੂ ਹੋ ਜਾਊਗਾ ਤੇ ਇੱਕ ਦਿਨ ਉਹ 'ਚ ਮਿਲ ਕੇ ਹਰੀ ਦਾ ਰੂਪ ਹੋ ਜਾਊਗਾ ਤੇ ਪੂਰਾ ਹੋ ਜਾਊਗਾ। ਇਹਨੂੰ ਕਹਿੰਦੇ ਪੂਰਾ ਹੋਣਾ। ਪੂਰੇ ਕਾ ਕੀ ਆ? ਸਭ ਕੁਛ ਪੂਰਾ। ਪੂਰਾ ਇਹ ਹੈ, ਆਪਾਂ ਅਧੂਰੇ ਇਸ ਕਰਕੇ ਆ ਕਿ ਆਪਣੇ ਨਿੱਜ ਸਰੂਪ ਨਾਲ ਜੁੜਨਾ ਨਹੀਂ ਸਿੱਖਿਆ ਆਪਾਂ। ਬਸ ਇਹੋ ਹੀ ਯੁਗਤ ਹੈ ਗੁਰੂ ਨਾਨਕ ਦੇ ਘਰ ਦੀ ਸਭ ਤੋਂ ਵੱਡੀ। ਇਹ 10ਵੇਂ ਪਾਤਸ਼ਾਹ ਜੀ ਨੇ ਮਾਤਾ ਜੀਤੋ ਜੀ ਨੂੰ ਸਮਝਾਈ। ਔਰ ਸਮੇਂ ਸਮੇਂ 'ਤੇ ਸਤਿਗੁਰਾਂ ਨੇ, ਜਿਹੜੇ ਮੁਸਲਮਾਨ ਫਕੀਰ ਸਤਿਗੁਰਾਂ ਨੂੰ ਮਿਲੇ, ਜਿਹੜੇ ਅੰਮ੍ਰਿਤ ਨਹੀਂ ਛਕਦੇ ਸੀ ਪਰ ਪਿਆਰ ਕਰਦੇ ਸੀ, ਉਹਨਾਂ ਨੂੰ ਵੀ ਇਹ ਯੁਗਤ ਸਤਿਗੁਰਾਂ ਨੇ ਦੱਸ ਕੇ ਸਿਮਰਨ ਕਰਵਾਇਆ। ਕਹੋ ਸਤਨਾਮ। ਅੰਮ੍ਰਿਤ ਨਹੀਂ ਛਕਦੇ ਸੀ ਪਰ ਉਹਨਾਂ ਨੂੰ ਸਤਿਗੁਰਾਂ ਨੇ ਇਹ ਚੀਜ਼ਾਂ ਬਖਸ਼ਿਸ਼ ਕੀਤੀਆਂ। ਪ੍ਰੀਤਮ ਜੀ ਕਿਰਪਾ ਕਰਨ ਆਪਾਂ ਅੱਗੇ ਚੱਲੀਏ ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਵਿਆਪਕ ਹੈ ਆਕਾਸ਼ ਦੀ ਤਰ੍ਹਾਂ ਸਾਰਿਆਂ ਦੇ ਵਿੱਚ, ਬਾਹਰ ਵੀ ਤੇ ਅੰਦਰ ਵੀ। ਇਹ ਉਪਮਾਨ ਪ੍ਰਣਾਨ ਲਖੀਜੈ, ਜੈ ਦੂਸਰ ਕੀ ਸਭ ਜਾਨੀਜੈ। ਇਸ ਤਰ੍ਹਾਂ ਹਰ ਥਾਂ 'ਤੇ ਉਹਦਾ ਵਾਸਾ ਹੈ। ਅਰਥਾਪਤੀ ਪਰਮਾਨ, ਇਹ ਨਰ ਦੀਖਤ ਪੀਨ ਮਹਾਨ, ਦਿਨ ਮਹਿ ਭੋਜਨ ਕਰੈ ਨ ਖਾਣ। ਹੁਣ ਅਰਥਾਪਤੀ ਪ੍ਰਮਾਣ, ਇੱਕ ਚੌਥਾ ਪ੍ਰਮਾਣ ਹੈ ਅਰਥਾਪਤੀ। ਅਰਥਾਪਤੀ ਕਿਸੇ ਚੀਜ਼ ਦੇ ਅਰਥ ਕਰਨੇ ਆਪਾਂ। ਜਿਵੇਂ ਕੋਈ ਬੰਦਾ ਸਾਨੂੰ ਦਿਖਾਈ ਦੇ ਰਿਹਾ ਹੈ ਬਹੁਤ ਮੋਟਾ ਹੈ, ਇਹ ਇੰਨਾ ਮੋਟਾ ਕਿਉਂ ਹੈ? ਇਹ ਮੇਰਾ ਖਿਆਲ ਹੈ ਦਿਨ ਮੇ ਭੋਜਨ ਜ਼ਿਆਦਾ ਖਾਂਦਾ ਹੈ। ਕਹੋ ਸਤਨਾਮ। ਅਰਥ ਹੋ ਗਿਆ ਨਾ, ਕਿਸੇ ਮਨੁੱਖ ਦਾ ਮੋਟਾ ਹੋਣਾ ਵੀ ਇਹਦੀ ਖੁਰਾਕ ਬਾਹਲੀ ਲੱਗਦੀ ਹੈ, ਇਹ ਜ਼ਿਆਦਾ ਮੋਟਾ ਹੁੰਦਾ ਜਾ ਰਿਹਾ ਹੈ। ਇਹਨੂੰ ਅਰਥਾਪਤੀ ਪ੍ਰਮਾਣ ਕਹਿੰਦੇ ਹਨ। ਇਸ ਤੇ ਲਖੀਅਤਾ ਨਿਸਮੈ ਖਾਏ, ਦੇਹ ਪੀਨਤਾ ਦੇਤ ਜਨਾਏ। ਇਹਦੀ ਜਿਹੜੀ ਸਰੀਰ ਦਾ ਮੋਟਾ ਹੋਣਾ ਇਹ ਦੱਸਦਾ ਹੈ ਬਈ ਇਹ ਮੇਰਾ ਖਿਆਲ ਦਿਨ ਰਾਤ ਖਾਂਦਾ ਹੀ ਰਹਿੰਦਾ ਹੋਊਗਾ। ਕਹੋ ਸਤਨਾਮ। ਇਹ ਕੀ ਆ? ਅਰਥਾਪਤੀ ਪ੍ਰਮਾਣ ਹੈ। ਇਹ ਦੱਸਿਆ ਜਾਂਦਾ ਹੈ ਵੀ ਆਤਮਾ ਨੂੰ ਜਾਣਨ ਵਾਸਤੇ ਵੀ ਇਹ ਤੀਜੇ ਪ੍ਰਮਾਣ ਹਨ। ਇੱਕ ਪ੍ਰਮਾਣ ਇਹ ਹੈ, ਔਰ ਇਸ ਗੱਲ ਨੂੰ ਮੇਰੇ ਪ੍ਰੀਤਮ ਨੇ ਬਾਣੀ ਵਿੱਚ ਇਉਂ ਲਿਖਿਆ। ਕਿਸ ਤਰ੍ਹਾਂ? ਤ੍ਰਿਗ ਤਿੰਨਾਂ ਦਾ ਜੀਵਿਆ, ਖਾਏ ਵਧਾਇਆ ਪੇਟ। ਦੁਰਫਿੱਟੇ ਮੂੰਹ ਉਹਨਾਂ ਦੇ ਜਿਉਂਦੇ ਜਿਹੜੇ ਖਾਣ ਵਾਸਤੇ ਜਿਉਂਦੇ ਆ। ਇੱਕ ਐਸਾ ਵੀ ਰਾਜਾ ਹੋਇਆ, ਉਹਨੂੰ ਜੀਵ ਦਾ ਬੜਾ ਸਵਾਦ ਸੀਗਾ, ਉਹ ਖਾਣੋਂ ਨਹੀਂ ਹਟਦਾ ਸੀਗਾ, ਖਾਈ ਜਾਂਦਾ, ਕਿਉਂਕਿ ਇੱਥੋਂ ਤੱਕ ਸਵਾਦ ਇੱਥੋਂ ਤੱਕ ਹੈ, ਬਾਕੀ ਸਵਾਦ ਅੰਦਰ ਜਾਂਦਾ, ਪੇਟ ਭਰ ਜਾਂਦਾ। ਪਰ ਫਿਰ ਉਹਨੂੰ ਕੱਢ ਕੇ ਆਉਂਦਾ, ਫਿਰ ਖਾਣ ਲੱਗ ਜਾਂਦਾ। ਕਹੋ ਸਤਨਾਮ। ਉਹਨੂੰ ਡਾਕਟਰ ਵੈਦ ਰੱਖੇ ਹੋਏ ਸੀਗੇ, ਕਿਉਂਕਿ ਜੀਵ ਦੇ ਸਵਾਦ ਦੇ ਵਿੱਚ ਇੰਨਾ ਖਚਤ ਸੀਗਾ। ਤ੍ਰਿਗ ਤਿੰਨਾਂ ਦਾ ਜੀਵਿਆ, ਖਾਏ ਵਧਾਇਆ ਪੇਟ, ਨਾਨਕ ਸੱਚੇ ਨਾਮ ਬਿਨ ਸਭੋ ਦੁਸ਼ਮਣ ਹੇਤ। ਅਸੀਂ ਜਿਉਣ ਵਾਸਤੇ ਖਾਣਾ, ਖਾਣ ਵਾਸਤੇ ਨਹੀਂ ਜਿਉਣਾ। ਕਹੋ ਸਤਨਾਮ। ਭਾਈ ਸਾਹਿਬ ਜੀ ਕਹਿੰਦੇ ਚੌਥਾ ਜਿਹੜਾ ਪ੍ਰਮਾਣ ਹੈ ਅਰਥਾਪਤੀ,
ਜਿਵੇਂ ਕੋਈ ਬੰਦਾ ਦਿਸੇ ਕਿ ਬਹੁਤ ਮੋਟਾ ਹੈ ਤਾਂ ਉਸ ਤੋਂ ਪਤਾ ਲੱਗਦਾ ਹੈ ਵੀ ਇਹ ਲੱਗਦਾ ਬਹੁਤ ਜ਼ਿਆਦਾ ਖਾਂਦਾ ਹੈ। ਜੋ ਰਾਤ ਆਹਾਰ ਨ ਖਾਏ ਨਹਿ ਸਰੀਰ ਮੋਟਾ ਹੋ ਜਾਏ। ਤੇ ਕਈ ਵਾਰੀ ਫਿਰ ਦੂਸਰਾ ਬੰਦਾ ਸਲਾਹ ਦਿੰਦਾ ਵੀ ਤੂੰ ਨਾ 8 ਪਹਿਰਾ ਖਾਣਾ ਖਾਇਆ ਕਰ, ਹੱਥ ਨੇ ਪੈਣ ਲੱਗਿਆ ਨਾ ਖਾਇਆ ਕਰ। ਕਹੋ ਸਤਨਾਮ। ਚਲੋ ਤੜਕੇ ਤੇ ਤੁਰਨਾ ਫਿਰਨਾ ਕੰਮਕਾਰ ਕਰਨਾ, ਤੜਕੇ ਤਾਂ ਤੇਲ ਪਾਉਣਾ ਪੈਣਾ ਗੱਡੀ 'ਚ, ਰਾਤ ਨੂੰ ਤਾਂ ਸੌਣਾ ਹੀ ਆ। ਤੂੰ ਰਾਤ ਦਾ ਭੋਜਨ ਛੱਡ ਦੇ, ਤੂੰ ਪਤਲਾ ਹੋ ਜਾਏ। ਕਹੋ ਸਤਨਾਮ, ਠੀਕ ਹੋ ਜਾਏਗਾ। ਤਾਂ ਇਸੇ ਤਰ੍ਹਾਂ ਹੀ ਇਹ ਇੱਕ ਅਰਥ ਦਿੱਤਾ ਗਿਆ ਹੈ। ਜਾਂਦੇ ਨਿਸਮੈ ਭੋਜਨ ਖਾਇਓ ਜਹ ਨਿਚਾ ਨਿਰਣਾ ਠਹਿਰਾਇਓ। ਤੇ ਜੇ ਉਹ ਰਾਤ ਦਾ ਭੋਜਨ ਬੰਦ ਕਰ ਦੇਵੇ, 8 ਪਹਿਰਾ ਖਾਣਾ ਸ਼ੁਰੂ ਕਰ ਦੇਵੇ ਤੇ ਚਲੋ ਖੈਰ ਅੰਦਾਜ਼ੇ ਆ ਇਹ, ਹੋ ਸਕਦਾ ਬੰਦਾ ਠੀਕ ਵੀ ਹੋ ਜਾਵੇ। ਅਲਪ ਆਹਾਰ ਸੁਲਪ ਸੀ ਨਿੰਦਰਾ, ਥੋੜਾ ਖਾਣਾ ਥੋੜਾ ਸੌਣਾ। ਬਾਬਾ ਜੀ ਭਜਨ ਕਰਨ ਵਾਲੇ ਵਾਸਤੇ ਵੀ ਇਹ ਗੱਲ ਕਹਿੰਦੇ ਆ, ਥੋੜਾ ਖਾਓ ਥੋੜਾ ਸੌਵੋ। ਅਲਪ ਆਹਾਰ ਸੁਲਪ ਸੀ ਨਿੰਦਰਾ, ਦਇਆ ਸ਼ਿਮਾ ਤਨ ਪ੍ਰੀਤ, ਸੀਲ ਸੰਤੋਖ ਸਦਾ ਨਿਰਵਾਹਿਬੋ, ਹਵੈਬੋ ਤ੍ਰੈ ਗੁਣ ਅਤੀਤ, ਕਾਮ ਕ੍ਰੋਧ ਅਹੰਕਾਰ ਲੋਭ ਹਠ, ਮੋਹ ਨ ਮਨ ਸਿਓ ਲਿਆਵੈ, ਤਬ ਹੀ ਆਤਮ ਤਤ ਕੋ ਦਰਸੈ। ਫੇਰ ਹੀ ਅਸੀਂ ਆਤਮਾ ਨੂੰ ਦੇਖ ਸਕਦੇ ਹਾਂ, ਤਬ ਹੀ ਆਤਮ ਤਤ ਕੋ ਦਰਸੈ ਪਰਮ ਪੁਰਖ ਕੈ ਪਾਵੈ। ਇਸ ਕਰਕੇ ਸਿਮਰਨ ਵਾਲੇ ਵਾਸਤੇ ਵੀ ਭੋਜਨ ਜਿਹੜਾ ਹੈ ਉਹ ਸਕੋਚਣਾ ਪੈਣਾ। ਤਿਮ ਆਤਮ ਕੇ ਵਿਖੈ ਵਿਚਾਰੈ, ਜਾਗਰਤ ਆਦ ਪਦਾਰਥ ਸਾਰੈ। ਇਸੇ ਤਰ੍ਹਾਂ ਸਾਡੀ ਆਤਮਾ ਜਿਹੜੀ ਹੈ ਉਹ ਜਾਗਰ ਦੇ ਵਿੱਚ ਸਾਰੇ ਪਦਾਰਥਾਂ ਨੂੰ ਦੇਖਦੀ ਹੈ। ਜਿਵੇਂ ਜੈਸ ਆਤਮਾ ਕਰ ਜਾਣੇ ਜਾਹੇ, ਸੁਖ ਪਤ ਆਦਪ ਅਭਾਵ ਜੈ ਆਹੇ। ਜਿਹੜੇ ਪਦਾਰਥ ਅਸੀਂ ਇੱਥੇ ਜਾਗਦੇ ਹੋਏ ਵੇਖਦੇ ਹਾਂ ਜਾਗਰਤ ਵਿੱਚ, ਤੇ ਪਰ ਜਦ ਸਾਡੀ ਆਤਮਾ ਸੁਖੋਪਤੀ ਵਿੱਚ ਚਲੀ ਜਾਂਦੀ ਹੈ ਤੇ ਉਦੋਂ ਅਸੀਂ ਕੁਝ ਵੀ ਨਹੀਂ ਦੇਖਦੇ, ਇੰਨੀ ਗੂੜੀ ਨੀਂਦ ਵਿੱਚ ਚਲੇ ਜਾਂਦੇ ਹਾਂ, ਪਤਾ ਨਹੀਂ ਲੱਗਦਾ ਕਿੱਥੇ ਪਏ ਹਾਂ। ਸੋ ਆਤਮ ਹੀ ਕਰ ਸਿਧ ਹੋਏ, ਸਿਧ ਕਰਤਾ ਹੈ ਅਪਰ ਨ ਕੋਏ। ਪਦਾਰਥ ਨਹੀਂ ਦਿਸਦੇ ਪਰ ਉੱਠ ਕੇ ਅਸੀਂ ਇਹ ਜ਼ਰੂਰ ਕਹਿੰਦੇ ਆ ਬੜੀ ਗੂੜੀ ਨੀਂਦ ਆਈ ਯਾਰ, ਪਤਾ ਨਹੀਂ ਲੱਗਿਆ ਕਿੱਥੇ ਪਏ ਸੀ। ਨਾਲੇ ਪਤਾ ਲੱਗ ਗਿਆ, ਪਰ ਨਾਲੇ ਕਹਿੰਦਾ ਪਤਾ ਨਹੀਂ ਲੱਗਿਆ ਕਿੱਥੇ ਪਏ ਸੀ। ਤਾਂ ਉਹ ਜਾਣਨ ਵਾਲਾ ਕੌਣ ਹੈ? ਉਹ ਆਪਾਂ ਖੁਦ ਹਾਂ, ਉਹ ਆਪਣੀ ਆਤਮਾ ਹੈ, ਉਹ ਆਪਾਂ ਹਾਂ। ਇਸ ਕਰਕੇ ਇਹਨੂੰ ਕਹਿੰਦੇ ਆ ਅਰਥਾਪਤੀ। ਅਗਿਆਨਤਾ ਵਿੱਚ ਵੀ ਜਿਹੜਾ ਗਿਆਨ ਰੱਖਦਾ ਹੈ, ਜਿਹੜਾ ਸੁਖੋਪਤੀ ਵਿੱਚ ਜਾ ਕੇ ਜਾਗਟ ਸੁਪਨ ਸੁਖੋਪਤੀ ਤੁਰੀਆ, ਜਾਗਟ ਵਿੱਚ ਅਸੀਂ ਦੇਖ ਰਹੇ ਹਾਂ, ਸੁਪਨੇ ਵਿੱਚ ਦੇਖੇ ਹੋਏ ਦੇ ਸੁਪਨੇ ਬਣਾ ਰਹੇ ਹਾਂ, ਸੁਖੋਪਤੀ ਵਿੱਚ ਗੂੜੀ ਨੀਂਦ ਹੈ। ਤੇ ਤੁਰੀਆ ਉਹ ਅਵਸਥਾ ਹੈ ਜਿੱਥੇ ਅਸੀਂ 6 ਘੰਟੇ ਜਿੰਨਾ ਆਰਾਮ ਸੌਂ ਕੇ ਹੋਣਾ ਹੈ। ਤੁਰੀਆ ਅਵਸਥਾ ਵਿੱਚ 6 ਮਿੰਟ ਉਹ ਸਿਮਰਨ 'ਚ ਬਹਿ ਜਾਓ, ਉਹਨਾਂ ਸੀ ਤੰਦਰੁਸਤ ਹੋ ਜਾਣਾ। ਕੋ ਸਤਨਾਮ। ਕਈ ਮਹਾਂਪੁਰਸ਼ਾਂ ਨੂੰ ਦੇਖਦੇ ਆ ਲਗਾਤਾਰ ਦੀਵਾਨ ਲਾਉਂਦੇ ਆ, ਉਹ ਕੋਈ ਲਾਲਚ ਕਰਕੇ ਨਹੀਂ ਲਾ ਰਹੇ ਵੀ 3 ਦੀਵਾਨ ਲਾਵਾਂਗੇ ਤੇ 3 ਥਾਵਾਂ ਤੋਂ ਪੈਸੇ ਆਉਣਗੇ। ਉਹਨਾਂ ਦੀ ਡਿਊਟੀ ਲੱਗੀ ਹੋਈ ਆ ਉਹ, ਪਰ ਜਦੋਂ ਗੱਡੀ 'ਚ ਬਹਿ ਜਾਂਦੇ ਆ ਉਹ ਸਿਮਰਨ 'ਚ ਬਹਿ ਜਾਂਦੇ ਆ। ਕੋ ਸਤਨਾਮ। ਉਹ ਸਿਮਰਨ 'ਚ ਬੈਠ ਕਰਕੇ ਜਾਂਦੇ ਜਾਂਦੇ ਜਿੰਨੇ ਕੁ ਮਿੰਟ ਉਹਨਾਂ ਨੂੰ ਰਾਹ 'ਚ ਲੱਗਦੇ ਆ, ਉਹਨਾਂ ਮਿੰਟਾਂ ਦੇ ਵਿੱਚ ਹੀ ਸਿਮਰਨ ਵਿੱਚ ਜਾ ਕੇ ਉਹਨੇ ਦੁਆਰਾ ਤੰਦਰੁਸਤ ਹੋ ਜਾਂਦੇ ਆ ਜਿੰਨਾ ਕੋਈ ਮੰਜੇ ਤੇ ਲੰਮਾ ਪੈ ਕੇ ਸੌਂ ਕੇ ਤੰਦਰੁਸਤ ਹੋਵੇ। ਕੋ ਸਤਨਾਮ। ਭਾਵ ਇਹ ਹੈ ਸਿਮਰਨ ਦੀਆਂ ਕਰਾਮਾਤਾਂ, ਸਿਮਰਨ ਦੀਆਂ ਖੇਡਾਂ, ਸਿਮਰਨ ਦੀ ਕਲਾ। ਤੁਰੀਆ ਪਦ ਹੈ ਜਿਹੜਾ, ਉਹਦੇ ਵਿੱਚ ਅਸੀਂ ਸੁੱਤੇ ਹੋਏ ਵੀ ਜਾਗਦੇ ਹਾਂ। ਭਾਵ ਰੱਬ ਦੇ ਪਿਆਰੇ ਜੇ ਆਰਾਮ ਦੇ ਵਿੱਚ ਹੈ, ਸੌਂ ਗਏ ਹੈ, ਤਾਂ ਉਦੋਂ ਵੀ ਸੁਚੇਤ ਹੈ ਤੇ ਜਾਗਦੇ ਹੋਏ ਵੀ ਸੁੱਤੇ, ਭਾਵ ਆਰਾਮ ਦੇ ਵਿੱਚ ਹਨ। ਦੁਨੀਆ ਕੀ ਜਾਣੇ ਇਹ ਸੁੱਤੇ ਆ ਕਿ ਜਾਗਦੇ। ਜਿੰਨਾ ਪਰਮੇਸ਼ਰ ਪੈਣ ਲਿਵ ਲੱਗੀ ਹੈ ਪਰਮੇਸ਼ਰ ਦੇ ਨਾਲ, ਤੇ ਦੁਨੀਆ ਦੇ ਭਾਣੇ ਯਾਰੇ ਲੰਬਾ ਪਿਆ ਤਾਂ ਸੁੱਤਾ ਪਿਆ ਹੋਊਗਾ। ਕਹੋ ਸਤਨਾਮ। ਮਾਤਾ ਤ੍ਰਿਪਤਾ ਦੀ ਗੱਲ ਸੁਣ ਲਓ, ਉਹ ਕਹਿੰਦੀ ਜਾ ਕੁੜੇ ਠਾਕੇ ਆ ਨਾਨਕ ਨੂੰ, ਪ੍ਰਸ਼ਾਦਾ ਠੰਡਾ ਹੁੰਦਾ ਛਕ ਲਵੇ। ਬੇਬੇ ਦੇ ਭਾਣੇ ਤਾਂ ਸੁੱਤਾ ਪਿਆ ਨਾਨਕ। ਕਹੋ ਸਤਨਾਮ। ਤੇ ਪਰ ਬੀਬੀ ਜਿਹੜੀ ਜਗਾਉਣ ਵਾਸਤੇ ਗਈ, ਉਹਨੇ ਸੁਣਿਆ ਹੋਇਆ ਸੀਗਾ ਕਿ ਬਾਬੇ ਨਾਨਕ ਦੇ ਚਰਨਾਂ ਦੀ ਕਿਤੇ ਧੂੜ ਮਿਲ ਜਾਵੇ ਨਾ ਤੇ ਬੇੜੇ ਪਾਰ ਹੋ ਜਾਂਦੇ ਆ। ਕਹੋ ਸਤਨਾਮ। ਇਹਨੇ ਵੇਖਿਆ ਵੀ ਅੱਜ ਵਧੀਆ ਮੌਕਾ ਹੈ, ਨਾਨਕ ਸੁੱਤਾ ਪਿਆ, ਮੂੰਹ ਤੇ ਚਾਦਰ ਲਈ ਹੈ, ਆ ਪੈਰ ਨੰਗਾ ਤੇ ਕਿਉਂ ਨਾ ਚਰਨ ਧੂੜ ਲੈ ਲਈਏ। ਇਹਨੇ ਆਪਣੀ ਜੀਭ ਨਾਲ ਤਲੀ ਤੇ ਟੱਚ ਕਰਤਾ ਪੈਰ ਦੇ ਹੇਠਾਂ। ਕਹੋ ਸਤਨਾਮ। ਚਰਨ ਧੂੜ ਲੈਣ ਵਾਸਤੇ ਉਹ ਟੱਚ ਕੀ ਕੀਤਾ ਜੀਭ ਦੇ ਨਾਲ
ਕਿ ਉਸ ਦਾ ਧਿਆਨ ਜੁੜ ਗਿਆ, ਕਿਉਂਕਿ ਉਹ ਤਾਂ ਸੁੱਤਾ ਵੀ ਜਾਗਦਾ ਹੀ ਜਾਗਦਾ ਸੁੱਤਾ ਸੀ, ਉਹ ਤਾਂ ਉਸ ਵੇਲੇ ਵੀ ਕੁਝ ਕਰੀ ਜਾ ਰਿਹਾ ਸੀ। ਕਹੋ ਸਤਿਨਾਮ। ਕਹਿੰਦੇ ਜਿਸ ਵੇਲੇ ਉਸਨੇ ਟੱਚ ਕੀਤਾ ਉਹਦਾ ਧਿਆਨ ਜੁੜ ਗਿਆ, ਤੇ ਧਿਆਨ ਜੁੜਦਿਆਂ ਹੀ ਉਹਦੀ ਦਿਵ ਦ੍ਰਿਸ਼ਟੀ ਖੁੱਲ੍ਹ ਗਈ। ਇੱਧਰੋਂ ਅੱਖਾਂ ਬੰਦ ਹੋਈਆਂ ਤੇ ਆਤਮਾ ਉੱਥੇ ਪਹੁੰਚ ਗਈ ਜਿੱਥੇ ਨਾਨਕ ਦੀ ਆਤਮਾ ਫਿਰਦੀ ਸੀ। ਕਹੋ ਸਤਿਨਾਮ। ਚੌਂਕੜਾ ਵੱਜ ਗਿਆ, ਧਿਆਨ ਵਿੱਚ ਚਲੀ ਗਈ, ਵੇਖਣ ਲੱਗੀ ਵੀ ਨਾਨਕ ਤਾਂ ਜਹਾਜ਼ ਨੂੰ ਧੱਕਾ ਲਾਈ ਜਾਂਦਾ। ਵੇਖਦੀ ਰਹੀ, ਕੁਛ ਸਮਾਂ ਆਨੰਦ ਲੈਂਦੀ ਰਹੀ, ਪਰ ਜਦੋਂ ਮਾਤਾ ਤ੍ਰਿਪਤਾ ਨੇ ਵੇਖਿਆ ਟਾਈਮ ਲੱਗ ਗਿਆ, ਉਹਨੇ ਆਵਾਜ਼ ਮਾਰੀ, ਕੁੜੇ ਆ ਜਾ, ਹੁਣ ਜਗਾ ਦੇ ਇਹਨੂੰ। ਉਹਦਾ ਧਿਆਨ ਖੁੱਲ੍ਹਿਆ, ਉੱਠ ਕੇ ਬੇਬੇ ਕੋਲੇ ਗਈ। ਮਾਤਾ ਤ੍ਰਿਪਤਾ ਕਹਿੰਦੀ ਜਗਾਇਆ ਨਹੀਂ ਨਾਨਕ ਨੂੰ। ਕਹਿੰਦੀ ਜਗਾਵਾਂ ਕਿੱਥੋਂ, ਉਹ ਤਾਂ ਇੱਥੇ ਹੈ ਹੀ ਨਹੀਂ ਗਾ। ਕਹੋ ਸਤਿਨਾਮ। ਜਗਾਵਾਂ ਕਿਹਨੂੰ ਮੈਂ, ਉਹ ਤਾਂ ਇੱਥੇ ਹੈ ਹੀ ਨਹੀਂ, ਉਹ ਸਾਹਮਣੇ ਦਾ ਪਿਆ। ਕਹਿੰਦੀ ਉਹ ਤਾਂ ਇੱਕ ਜਹਾਜ਼ ਨੂੰ ਧੱਕਾ ਲਾਈ ਜਾਂਦਾ ਕਿਸੇ ਦਰਿਆ ਦੇ ਵਿੱਚ। ਮਾਤਾ ਨੇ ਸੋਚਿਆ ਮਜ਼ਾਕ ਕਰਦੀ ਆ ਮੈਨੂੰ। ਕਹੋ ਸਤਿਨਾਮ। ਪਿੰਡ ਵਾਲੇ ਵੀ ਕਹਿੰਦੇ ਆ ਕਾਲੂ ਦਾ ਪੁੱਤਰ ਕੁਛ ਕਰਦਾ ਨਹੀਂ, ਵਿਹਲਾ ਰਹਿੰਦਾ, ਪਤਾ ਨਹੀਂ ਬਿਮਾਰ ਹੈ ਕਿ ਠੀਕ ਹੈ, ਕੰਮ ਕੋਈ ਕਰਦਾ ਨਹੀਂ। ਇਹ ਵੈਦ ਵੀ ਸੱਦਣਾ ਪਿਆ ਵਿਖਾਉਣ ਵਾਸਤੇ, ਉਲਟਾ ਵੈਦ ਨੂੰ ਬਿਮਾਰ ਵਿਖਾ ਦਿੱਤਾ। ਕਹੋ ਸਤਿਨਾਮ। ਤੋ ਮਾਤਾ ਤ੍ਰਿਪਤਾ ਕਹਿੰਦੀ ਉਹ ਸਾਹਮਣੇ ਤਾਂ ਪਿਆ, ਕਹਿੰਦੀ ਹੈ ਨਹੀਂ ਇੱਥੇ, ਉਹ ਸਰੀਰ ਹੀ ਪਿਆ, ਉਹ ਆਪ ਤਾਂ ਕਿਧਰੇ ਹੋਰ ਹੀ ਫਿਰਦਾ। ਮਾਤਾ ਨੂੰ ਵਿਚਾਰ ਨਹੀਂ ਪਤਾ ਸੀ, ਉਹ ਗੁੱਸੇ 'ਚ ਉੱਠੀ, ਆ ਕੇ ਚਾਦਰ ਲਾਹੀ, ਉੱਠ ਵੇ ਨਾਨਕ ਰੋਟੀ ਖਾ ਲਾ, ਠੰਡੀ ਹੁੰਦੀ ਆ। ਇੱਕਦਮ ਉਹ ਆਤਮਾ ਜਿਹੜੀ ਹਜ਼ਾਰਾਂ ਕੋਹ ਤੇ ਫਿਰਦੀ ਸੀ, ਇੱਕਦਮ ਵਾਪਸ ਆਈ, ਸਰੀਰ 'ਚ ਪ੍ਰਵੇਸ਼ ਕੀਤਾ, ਉੱਠ ਕੇ ਬੈਠ ਗਈ। ਹਾਂ ਬੇਬੇ ਰੋਟੀ ਖਾ ਲਾ ਪੁੱਤ, ਰੋਟੀ ਬਣ ਗਈ। ਬੇਬੇ ਕੋਲੇ ਜਾ ਕੇ ਚੁੱਲ੍ਹੇ ਕੋਲੇ ਬੈਠ ਕੇ ਪ੍ਰਸ਼ਾਦਾ ਪਾ ਕੇ ਰੱਖਤਾ, ਛਕਣ ਲੱਗੇ, ਤੇ ਨਾਲੇ ਬੇਬੇ ਸਮਝਾਉਣ ਲੱਗੀ, ਪੁੱਤ ਸਿਆਣਾ ਬਣ, ਹੁਣ ਤੂੰ ਤਕੜਾ ਹੋ ਗਿਆ। ਪਿੰਡ ਵਾਲੇ ਮਜ਼ਾਕ ਕਰਦੇ ਆ ਵੀ ਕਾਲੂ ਦਾ ਪੁੱਤਰ ਕੁਛ ਕਰਨ ਜੋਗਾ ਨਹੀਂ ਗਾ। ਆ ਹੁਣ ਤਾਂ ਘਰ ਦੇ ਨੌਕਰ ਵੀ ਮਜ਼ਾਕ ਕਰਦੇ ਆ। ਕੌਣ? ਆ ਮੈਂ ਨੌਕਰ ਨੂੰ ਕਿਹਾ ਵੀ ਜਾ ਕੇ ਨਾਨਕ ਨੂੰ ਠਾ ਦੇ, ਰੋਟੀ ਖਾ ਲੂਗਾ। ਇਹ ਉਲਟਾ ਮੈਨੂੰ ਕਹਿੰਦੀ ਨਾਨਕ ਤਾਂ ਇੱਥੇ ਹੈ ਹੀ ਨਹੀਂ ਗਾ, ਉਹ ਤਾਂ ਕਿਸੇ ਦੇ ਜਹਾਜ਼ ਨੂੰ ਧੱਕਾ ਲਾਈ ਜਾਂਦਾ। ਇਹਨੂੰ ਕਿਵੇਂ ਪਤਾ ਲੱਗ ਗਿਆ? ਗਿਆ ਤਾਂ ਮੈਂ ਸੀਗਾ। ਕਹੋ ਸਤਿਨਾਮ। ਇਹਨੂੰ ਕਿਵੇਂ ਪਤਾ ਲੱਗ ਗਿਆ? ਕਿਉਂਕਿ ਕਨੈਕਟ ਹੋ ਗਿਆ ਉਹਦੇ ਨਾਲ, ਸੁਰਤ ਉਹ ਖਿੱਚ ਲਈ ਨਾਨਕ ਦੀ ਸੁਰਤ ਨੇ, ਲੈ ਗਿਆ ਉੱਥੇ ਹੀ, ਜਿਵੇਂ ਆਪਣੇ ਬਾਪੂ ਨੂੰ ਸੱਚਖੰਡ ਲੈ ਗਿਆ ਸੀ ਇੱਕ ਵਾਰੀ ਬਾਬਾ ਨਾਨਕ, ਕਦੇ ਫਿਰ ਸੁਣਾਵਾਂਗੇ। ਤਾਂ ਇਸ ਤਰ੍ਹਾਂ ਗੁਰੂ ਪਿਆਰਿਓ, ਬਾਬਾ ਜੀ ਕਹਿੰਦੇ ਕੌਣ ਕਹਿੰਦਾ? ਕਹਿੰਦੀ ਇਹ ਨੌਕਰਾਨੀ ਕਹਿੰਦੀ ਸੀ, ਉਹ ਇਹ ਤਾਂ ਝੱਲੀ ਹੈ, ਇਹਦਾ ਵਿਸ਼ਵਾਸ ਨਾ ਕਰਿਆ ਕਰੋ। ਕਹੋ ਸਤਿਨਾਮ। ਮਤਲਬ ਉਸ ਨੂੰ ਝੱਲੀ ਕਰਤਾ ਵੀ ਜਿਹਨੇ ਕਿਣਕਾ ਲੈ ਹੀ ਲਿਆ ਤੇ ਫਿਰ ਗਵਾਉਂਦੀ ਕਿਉਂ ਆ ਰੌਲਾ ਪਾ ਕੇ। ਹੁਣ ਚੁੱਪ ਕਰਨਾ ਚਾਹੀਦਾ। ਸਿਮਰਨ ਵਾਲੀ ਉਹ ਕੁਝ ਚੀਜ਼ਾਂ ਹੁੰਦੀਆਂ ਜਿਹੜੀਆਂ ਗੁਪਤ ਕਰਨੀਆਂ, ਕੁਝ ਚੀਜ਼ਾਂ ਹੁੰਦੀਆਂ ਜਿਹੜੀਆਂ ਦੱਸਣ ਵਾਲੀਆਂ ਹੁੰਦੀਆਂ। ਜਿਹੜੀ ਉਹ ਅੰਦਰਲੀ ਅਵਸਥਾ ਇਹਨੂੰ ਗੁਪਤ ਕਰ ਲਓ, ਪਾਣੀ ਵਾਂਗੂ ਪੀ ਜਾਓ, ਰੋਟੀ ਵਾਂਗੂ ਖਾ ਜਾਓ, ਇਹਨੂੰ ਦੱਸਣ ਦੀ ਕੀ ਲੋੜ ਹੈ? ਰੌਲਾ ਪਾਉਣ ਦੀ ਲੋੜ ਨਹੀਂ ਹੁੰਦੀ ਉੱਥੇ। ਇਸ ਕਰਕੇ ਬਾਬੇ ਨਾਨਕ ਨੇ ਸੋਚਿਆ ਵੀ ਇਹਨੂੰ ਕਿਰਪਾ ਮਿਲ ਹੀ ਗਈ ਹੈ, ਇਹਨੇ ਸ਼ਰਧਾ ਕਰਕੇ ਚਰਨ ਧੂੜ ਲੈ ਕੇ ਗੱਲ ਜਾਣ ਹੀ ਲਈ ਹੈ, ਇਹ ਦਿਵ ਦ੍ਰਿਸ਼ਟੀ ਖੁੱਲ੍ਹੀ ਗਈ ਹੈ, ਫਿਰ ਰੌਲਾ ਕਿਉਂ ਪਾਉਂਦੀ ਹੈ? ਤਾਂ ਝੱਲੀ ਆ ਬਸ। ਫਿਰ ਉਹ ਮਾਤਾ ਦੇ ਕੋਲ ਸੇਵਾ 'ਚ ਤਾਂ ਰਹੀ, ਪਰ ਫਿਰ ਕਿਸੇ ਨਾਲ ਬੋਲੀ ਨਹੀਂ, ਉਹ ਮਸਤ ਕਰਤੀ। ਉੱਦਾਂ ਕਮਲੀ ਨਹੀਂ ਕੀਤੀ ਵੀ ਸੜਕਾਂ 'ਤੇ ਭੱਜ ਗਈ, ਕੰਮ ਕਰਦੀ ਰਹੀ ਪਰ ਮਸਤੀ ਵਿੱਚ ਚਲੀ ਗਈ। ਕਹੋ ਸਤਿਨਾਮ ਸੀ। ਇਸ ਕਰਕੇ ਇਹ ਮਸਤੀ ਦੀ ਖੇਡ ਹੈ। ਤਾਂ ਗੁਰੂ ਕਿਰਪਾ ਕਰਨ। ਸਤਿਗੁਰੂ ਪਾਤਸ਼ਾਹ ਜੀ ਕਹਿ ਰਹੇ ਹਨ, ਜੈਸਾ ਆਤਮ ਕਰ ਜਾਣੇ ਜਾਹੇ, ਸੁਖ ਪਤ ਆਦ ਅਭਾਵ ਜਾਹੇ। ਸੁਖੋਪਤੀ ਵਿੱਚ ਅਸੀਂ ਕਹਿੰਦੇ ਹਾਂ ਬੜੀ ਗੂੜੀ ਨੀਂਦ ਆਈ, ਵਾਕਿਆ ਹੀ ਉੱਥੇ ਹੋਰ ਕਿਸੇ ਚੀਜ਼ ਦਾ ਗਿਆਨ ਨਹੀਂ ਹੁੰਦਾ, ਨੀਂਦ ਹੀ ਹੁੰਦੀ ਆ ਕੇਵਲ। ਪਰ ਜਿਹੜਾ ਉੱਠ ਕੇ ਅਸੀਂ ਕਹਿੰਦੇ ਹਾਂ ਯਾਰ ਅੱਜ ਤਾਂ ਬੜੇ ਸੁੱਤੇ, ਪਤਾ ਹੀ ਨਹੀਂ ਕਿੱਥੇ ਪਿਆ ਸੀ, ਤੇ ਉਹ ਕੌਣ ਕਹਿ ਰਿਹਾ? ਫਿਰ ਉਹ ਕਿਹਨੇ ਜਾਣਿਆ? ਕੋਈ ਸਤਿਨਾਮ। ਉਹ ਜਾਣਨ ਵਾਲਾ ਕੌਣ ਹੈ? ਅੱਖਾਂ ਨੂੰ ਜਾਗਰਤੀ ਦਿਸਦੀ ਨਹੀਂ, ਰਾਤ ਦਿਸਦੀ ਨਹੀਂ, ਹਨੇਰਾ ਦਿਸਦਾ ਨਹੀਂ, ਉਹ ਕੌਣ ਹੈ ਜਾਣਨ ਵਾਲਾ? ਉਹ ਆਤਮਾ ਹੈ। ਆਤਮ ਹੀ ਕਰ ਸਿਧ ਹੋਏ, ਸਿਧ ਕਰਤਾ ਹੈ ਅਪਰ ਨ ਕੋਏ। ਇਹ ਗੱਲ ਸਿੱਧ ਕਰਨ ਵਾਲੀ ਆਤਮਾ ਹੀ ਆ, ਹੋਰ ਕੋਈ ਨਹੀਂ ਹੈ। ਇਸੇ ਨੇ ਸਿੱਧ ਕੀਤਾ ਕਿ ਮੈਨੂੰ ਬਹੁਤ ਗੂੜੀ ਨੀਂਦ ਆਈ ਸੀ, ਮੈਂ ਸੁਖੋਪਤੀ ਵਿੱਚ ਚਲਿਆ ਗਿਆ ਸੀਗਾ, ਤੇ ਤੁਰੀਆ ਪਦ ਵਿੱਚ ਜਾਗਦਾ ਵੀ ਸੁੱਤਾ ਤੇ ਸੁੱਤਾ ਵੀ ਜਾਗਦਾ ਹੈ। ਇਹਨੂੰ ਕਹਿੰਦੀ ਹੈ ਚੌਥੀ ਕਲਾ। ਜਾਗਰਤ ਸੁਪਨ ਸੁਖੋਪਤੀ ਤੁਰੀਆ, ਆਤਮ ਭੂਪਤ ਕੀ ਹੈ ਪੁਰੀਆ। ਇੱਕ ਹੋਰ ਸੁਣ ਲਓ, 4 ਗੁਣ ਹਨ, ਰਜ ਤਮ ਸਤ ਕਲ ਤੇਰੀ ਛਾਇਆ। 3 ਗੁਣਾਂ ਵਿੱਚ ਸਾਰੀ ਦੁਨੀਆ ਵਰਤਦੀ ਹੈ, ਕੋਈ ਰਜੋ ਗੁਣ 'ਚ ਹੈ, ਕੋਈ ਤਮੋ ਗੁਣ 'ਚ ਹੈ, ਕੋਈ ਸਤੋ ਗੁਣ 'ਚ ਹੈ, ਪਰ ਰੱਬ ਦੇ ਨਾਮ ਜਪਣ ਵਾਲੇ ਕਲਾ ਵਾਲੇ ਗੁਣ 'ਚ ਹੈ, ਭਾਵ ਉਹ ਨਾਮ ਨਾਲ ਜੁੜੇ ਹੋਏ ਨੇ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੇ,
ਕਲਾ ਜਿਤ ਕਰ ਧਾਰੀ ਆ। ਉਹ ਕਿਹੜੀ ਕਲਾ ਹੈ? ਉਹ ਆ ਸਿਮਰਨ ਦੀ ਜੁਗਤੀ ਹੈ। ਕੋਈ ਸਤਨਾਮ। ਉੱਥੇ ਹੀ ਆਨੰਦ ਵਾਜੇ ਵੱਜਣਗੇ ਜਿਹੜਾ ਸਿਮਰਨ ਕਰੂਗਾ। ਇਹ ਕਲਾ, ਇਹ ਚੌਥਾ ਗੁਣ ਹੈ। ਇਹ ਚੌਥਾ ਗੁਣ ਗੁਰੂ ਕੋਲੋਂ ਲੱਭਦਾ ਹੈ, ਸਤਸੰਗ ਚੋਂ ਮਿਲਦਾ। ਕੋਈ ਸਤਨਾਮ। ਗੁਰੂ ਕਿਰਪਾ ਕਰਨ ਇਸ ਤਰ੍ਹਾਂ ਸੋ ਆਤਮ ਹੀ ਕਰ ਸਿੱਧ ਹੋਏ, ਸੋ ਕਰਤਾ ਹੈ ਅਪਰ ਨ ਕੋਏ। ਜੇਕਰ ਹਵੈ ਨ ਆਤਮਾ ਪਰ ਆਦ ਅਭਾਵ ਸਿੱਧ ਕਿਮ ਕਰੈ। ਜੇ ਸਾਡੀ ਅੰਦਰ ਆਤਮਾ ਨਾ ਹੋਵੇ ਤੇ ਅਸੀਂ ਸੁੱਤੇ ਉੱਠ ਕੇ ਫਿਰ ਸਾਨੂੰ ਕੌਣ ਦੱਸਦਾ ਵੀ ਤੂੰ ਇੰਨਾ ਸੁੱਤਾ ਸੀਗਾ? ਚਲ ਜਾਗਦੇ ਹੋਏ ਕਹਿ ਦਿੰਦੇ ਵੀ ਤੂੰ ਬੜਾ ਸੁੱਤਾ ਜੀ ਯਾਰ, ਪਰ ਸਾਨੂੰ ਤਾਂ ਜੱਜਮੈਂਟ ਨਹੀਂ ਸੀ ਸੁੱਤੇ ਕਿ ਨਹੀਂ ਸੁੱਤੇ। ਪਰ ਅੰਦਰ ਆਤਮਾ ਜਾਗਦੀ ਰਹਿੰਦੀ ਹੈ। ਸਾਡੇ ਦੋ ਮਨ ਹੈ, ਇੱਕ ਅਵਚੇਤਨ ਮਨ ਹੈ, ਇੱਕ ਬਾਹਰੀ ਮਨ ਹੈ। ਬਾਹਰੀ ਮਨ ਸੰਸਾਰ ਨਾਲ ਜੁੜਿਆ, ਅਚੇਤਨ ਮਨ ਅੰਦਰ ਸੁੱਤਾ ਰਹਿੰਦਾ। ਉਹ ਸੁੱਤਾ ਰਹਿੰਦਾ। ਆਪਾਂ ਜਾਗਦੇ ਫਿਰਦੇ ਆ ਨਾ ਤਾਂ ਇੱਕ ਮਨ ਬਾਹਰ ਕੰਮ ਕਰੀ ਜਾਂਦਾ, ਅੰਦਰਲਾ ਸੌਂ ਜਾਂਦਾ। ਪਰ ਜਦੋਂ ਆਪਾਂ ਸੌਂ ਜਾਂਦੇ ਆ ਉਦੋਂ ਉਹ ਜਾਗ ਪੈਂਦਾ, ਬਾਹਰਲਾ ਸੌਂ ਜਾਂਦਾ। ਕੋਈ ਸਤਨਾਮ। ਤੁਸੀਂ ਰਾਤ ਨੂੰ ਅਰਦਾਸ ਬੇਨਤੀ ਕਰਕੇ ਸੌਂਦੇ ਹੋ, ਮਹਾਰਾਜ ਕਿਰਪਾ ਕਰਿਓ ਤੜਕੇ ਇੰਨੇ ਕੁ ਵਜੇ ਜਾਗ ਆ ਜੇ, ਜਗਾ ਦਿਓ ਮੈਨੂੰ। ਪਰ ਤੁਸੀਂ ਅਸਲ ਵਿੱਚ ਆਪਣੇ ਅਚੇਤਨ ਮਨ ਨੂੰ ਉਸ ਆਤਮਾ ਰਾਮ ਨੂੰ ਕਹਿ ਦਿੱਤਾ ਤੇ ਤੁਹਾਨੂੰ ਸਹੀ ਉਹਨੇ ਟਾਈਮ ਤੇ ਜਾਗ ਆਊਗੀ। ਕਹੋ ਸਤਨਾਮ। ਇਹਨੂੰ ਲੋਕਾਂ ਨੇ ਕਈ ਢੰਗਾਂ ਨਾਲ ਕਿਹਾ। ਕਿਸੇ ਨੇ ਇਸ ਨੂੰ ਸਮੋਹਣ ਵਿਦਿਆ ਵੀ ਕਿਹਾ, ਕਿਸੇ ਨੇ ਕੁਛ ਕਿਹਾ, ਕਿਸੇ ਨੇ ਕੁਛ ਕਿਹਾ, ਕਿਸੇ ਨੇ ਅਨੇਕਾਂ ਨਾਮ ਧਰੇ ਹੈ। ਪਰ ਗੁਰਮਤ ਨੇ ਸਾਨੂੰ ਚੱਕਰਾਂ 'ਚ ਨਹੀਂ ਪਾਇਆਗਾ, ਸਾਨੂੰ ਗੁਰੂ ਪਰਮੇਸ਼ਰ ਦੇ ਨਾਲ ਜੋੜਨਾ ਕੀਤਾ ਡਾਇਰੈਕਟ। ਕਹੋ ਸਤਨਾਮ ਸੀ। ਇਸ ਕਰਕੇ ਜਿਹੜੀ ਆਪਾਂ ਕਹਿੰਦੇ ਸ਼ਾਮ ਨੂੰ ਅਰਦਾਸ ਕਰਕੇ ਸੌਂਓ ਤੇ ਤੁਸੀਂ ਉਸੇ ਵੇਲੇ ਜਾਗੋਗੇ। ਜੇ ਤੁਹਾਡੇ ਮਨ ਦੇ ਵਿੱਚ ਚਿੰਤਾ ਹੈ, ਜਿਵੇਂ ਖੇਤਾਂ ਨੂੰ ਪਾਣੀ ਲਾਉਣ ਜਾਂਦੇ ਆ ਲੋਕ, ਤਾਂ ਹੁਣ ਸੁੱਤਿਆਂ ਹੋਇਆਂ ਨੂੰ ਜਾਗ ਆ ਜਾਵੇ ਕਿ ਉਹ ਜ਼ਿਮੀਂਦਾਰ ਨੇ ਹੁਣ ਸੌਣਾ ਵੀ ਜ਼ਰੂਰੀ ਆ, ਨੀਂਦ ਆਉਂਦੀ ਆ, ਪਰ ਐਨ ਸਮੇਂ 'ਤੇ ਜਾ ਕੇ ਪਾਣੀ ਵੀ ਵੱਢਣਾ ਹੈ। ਤੇ ਜਿੰਨੀ ਮਰਜ਼ੀ ਗੂੜੀ ਨੀਂਦ ਆ ਜਾਵੇ, ਉਹਨੇ ਐਨ ਮੌਕੇ ਤੇ ਜਿੰਨਾ ਟਾਈਮ ਤੂੰ ਚਾਹੇਗਾ ਉਨੇ ਵਜੇ ਜਗਾ ਦੂਗਾ। ਕਹੋ ਸਤਨਾਮ। ਉਹ ਅਵਚੇਤਨ ਮਨ ਸਾਡੇ ਅੰਦਰ ਕੰਮ ਕਰਦਾ ਤੇ ਬਾਹਰੀ ਮਨ ਬਾਹਰ ਕੰਮ ਕਰਦਾ। ਜੇ ਕਿਤੇ ਦੋਨੇ ਇਕੱਠੇ ਹੋ ਜਾਣ ਫਿਰ ਇਹਨਾਂ ਦੀ ਪਾਵਰ ਦਾ ਕੋਈ ਅੰਤ ਨਹੀਂ। ਇਹ ਮੰਨ ਲੈ ਜਿਹੜਾ ਬਾਹਰ ਫਿਰਦਾ, ਇਹ ਮੰਨ ਲੈ ਜੋ ਉਨਮਨ ਰਹਿ, ਜੇ ਕਿਤੇ ਅੰਦਰਲੇ ਨਾਲ ਜੁੜ ਜਾਵੇ ਤਾਂ ਤੀਨ ਲੋਕ ਕੀ ਬਾਤਾਂ ਕਹੈ। ਕਹੋ ਸਤਨਾਮ। ਤਿੰਨਾਂ ਲੋਕਾਂ ਨੂੰ ਘਰੇ ਬੈਠਾ ਜਾਣ ਸਕਦਾ ਹੈ ਕਿੱਥੇ ਕੀ ਹੋ ਰਿਹਾ, ਦਿੱਲੀ 'ਚ ਕੀ ਹੋ ਰਿਹਾ, ਫਿਰਦਾ ਕੀ ਹੋ ਰਿਹਾ ਹੈ। ਇਹ ਬ੍ਰਹਮ ਗਿਆਨੀਆਂ ਕੋਲੇ ਟੈਲੀਪੈਥੀ ਹੈ, ਇਹਨਾਂ ਕੋਲ ਤਾਂ ਮਗਰੋਂ ਆਈ ਹੈ ਸਾਇੰਸ ਕੋਲੇ। ਤਾਂ ਕਹੋ ਸਤਨਾਮ। ਬ੍ਰਹਮ ਗਿਆਨੀਆਂ ਕੋਲੇ ਪਹਿਲਾਂ ਤੋਂ ਇਹ ਚੀਜ਼ ਹੈ। ਜਨਕ ਸੋਏ ਜਿਨ ਜਾਣਿਆ ਉਨ ਮਨ ਰੱਥ ਧਰਿਆ। ਜਨਕ ਨੂੰ ਵੀ ਇਹ ਵਸਤੂ ਮਿਲੀ। ਤੁਸੀਂ ਵੀ ਜਨਕ ਬਣ ਸਕਦੇ ਹੋ। ਜਨਕ ਵਾਲੀ ਗੱਲ ਸਮਝ ਲਓ, ਤੁਸੀਂ ਜਨਕ ਬਣ ਜਾਓਗੇ। ਜਨਕ ਸੋਏ, ਤੁਸੀਂ ਵੀ ਜਨਕ ਬਣ ਜਾਓਗੇ। ਜਿਨ ਜਾਣਿਆ, ਜਿਹਨੇ ਜਨਕ ਵਾਲੀ ਗੱਲ ਜਾਣ ਲਈ ਉਹ ਵੀ ਜਨਕ ਬਣ ਜਾਊਗਾ। ਜਨਕ ਸੋਏ ਜਿਨ ਜਾਣਿਆ ਉਨ ਮਨ ਰੱਥ ਧਰਿਆ। ਰੱਥ ਸਾਡਾ ਸਰੀਰ ਹੈ। ਹੁਣ ਕ੍ਰਿਸ਼ਨ ਰੱਥ ਉੱਤੇ ਖੜ ਕੇ ਕਿਉਂ ਉਪਦੇਸ਼ ਦਿੰਦਾ ਵੀ ਕੋਈ ਸਟੇਜ ਲਾ ਲੈਂਦੇ ਬੈਠ ਕੇ ਉੱਥੇ। ਕਹੋ ਸਤਨਾਮ। ਕਿਸੇ ਕੁਰਸੀ ਤੇ ਬਹਿ ਜਾਂਦੇ, ਅਰਜਨ ਪਾਸੇ ਬੈਠ ਜਾਂਦਾ, ਅਰਜਨ ਥੱਲੇ ਖੜਾ ਸਾਹਮਣੇ, ਕ੍ਰਿਸ਼ਨ ਜੀ ਰੱਥ ਉੱਤੇ ਖੜ ਕੇ ਉਪਦੇਸ਼ ਦੇ ਰਹੇ ਹੈ। ਮਤਲਬ ਸਰੀਰ ਦੇ ਵਿੱਚੋਂ ਹੀ ਗਿਆਨ ਸਾਡੇ ਮਨ ਰੂਪੀ ਅਰਜਨ ਨੂੰ ਮਿਲਣਾ। ਕਹੋ ਸਤਨਾਮ। ਮਨ ਅਰਜਨ ਹੈ। ਤੀਨ ਲੋਕ ਕੀ ਬਾਤਾਂ ਇਹ ਕਰ ਸਕਦਾ, ਇਹ 'ਚ ਬੜੀ ਤਾਕਤ ਹੈ। ਇਹਦੇ ਨਿਸ਼ਾਨੇ ਬੜੇ ਫਿੱਟ ਬੈਠਣਗੇ ਜੇ ਕਿਤੇ ਇਹ ਉਸ ਪਰਮੇਸ਼ਰ ਰੂਪੀ ਕ੍ਰਿਸ਼ਨ ਨਾਲ ਜੁੜ ਜਾਵੇ। ਕਹੋ ਸਤਨਾਮ। ਉਹਦੀ ਗੱਲ ਮੰਨ ਲਵੇ ਜੇ ਸਾਡੇ ਅੰਦਰ ਹੈ। ਇਹ ਕ੍ਰਿਸ਼ਨ ਸਰਬ ਦੇਵਾ ਦੇਵ ਦੇਵਾ ਤੇ ਆਤਮਾ ਆਤਮਕ ਸ੍ਰੀ ਵਾਸਵ ਦੇਵਸ ਹੈ। ਜੇ ਕੋ ਜਾਣੇ ਭਿਓ ਨਾਨਕ ਤਾਂ ਕਾ ਦਾਸ ਹੈ, ਸੋਈ ਨਿਰੰਜਨ ਦੀ। ਤੇ ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਕਿ ਜਿਹੜੀ ਉਹ ਆਤਮਾ ਹੈ ਉਹ ਸਾਡੇ ਅੰਦਰ ਹੈ। ਉਸੇ ਕਰਕੇ ਸਾਨੂੰ ਸਾਰਾ ਕੁਝ ਪਤਾ ਲੱਗ ਰਿਹਾ ਹੈ। ਕਾਰਜ ਜਿਸ ਕੋ ਜਗਤ ਪਛਤਾ ਅਰਥਾ ਪਤ ਵਿਖੈ ਐਮ ਲੰਛ। ਇਹ ਅਰਥਾਪਤੀ ਪ੍ਰਮਾਣ ਦੇ ਲੱਛਣ ਹਨ ਜਿਸ ਦੇ ਕਰਕੇ ਕਾਰਜ ਪ੍ਰਤੱਖ ਹੁੰਦੇ ਆ ਦੁਨੀਆ ਵਿੱਚ। ਆਈ ਤੇਜ ਕਾ ਪਰਮਾਨ ਕਹਿਓ ਕਿਸੇ ਨੇ ਕਿ ਇਸ ਤਰ ਵਿਖੈ। ਔਰ ਇੱਕ ਪ੍ਰਮਾਣ ਹੋਰ ਹੈ, ਆਈ ਤੇਜ ਕੋ ਦਾ ਨਾਮ ਰੱਖਿਆ ਰਿਸ਼ੀਆਂ ਨੇ। ਜਖੇ ਅਤਾ ਵਸਤ ਹੈ ਕਿਸ ਨਹਿ ਵਿਖੈ। ਔਰ ਕਿਸ ਤਰ੍ਹਾਂ ਕਿ ਕਿਸੇ ਨੇ ਕਿਹਾ ਵੀ ਦਰਖਤਾਂ ਦੇ ਉੱਤੇ ਭੂਤ ਰਹਿੰਦੇ ਆ, ਪਰ ਵੇਖੇ ਕਿਸੇ ਨੇ ਨਹੀਂ। ਫਲਾਨਾ ਬੋਹੜ ਬੜਾ ਭਾਰੀ ਆ, ਫਲਾਨਾ ਪਿੱਪਰ ਬੜਾ ਭਾਰੀ ਆ, ਉੱਥੇ ਨਾ ਉੱਥੇ ਭੂਤਾਂ ਰਹਿੰਦੀਆਂ ਪਰ ਦੇਖੀਆਂ ਕਿਸੇ ਨੇ ਨਹੀਂ। ਕਹੋ ਸਤਨਾਮ।
ਇਹ ਆਈ ਤੇਜਕ ਅਨੁਮਾਨ ਹੈ, ਆਈ ਤੇਜਕ ਪ੍ਰਮਾਣ ਹੈ। ਕੋਈ ਕਹਿੰਦਾ ਦਰਖਤਾਂ ਹੇਠਾਂ ਜੱਖ ਰਹਿੰਦੇ ਹਨ। ਜਾਣਿਆ ਜਾਏ ਨਾ ਕਹਿ ਅਨੁਮਾਨ, ਨਹਿ ਕੈ ਸ਼ਾਸਤਰ ਕੀਨ ਬਖਾਨ। ਕੋਈ ਲੋਕਾਂ ਦੀਆਂ ਗੱਲਾਂ ਬਣਾਈਆਂ ਹੋਈਆਂ, ਬੰਦਾ ਮੰਨ ਕੇ ਡਰ ਜ਼ਰੂਰ ਜਾਂਦਾ। ਵੀ ਫਲਾਨਾ ਜਿਹੜਾ ਪਿੱਪਲ ਹੈ ਨਾ, ਉਹ ਫਲਾਨੇ ਉਹ ਰੋਹੀ ਦੇ ਵਿੱਚ ਉੱਥੇ ਨਾ ਭੂਤ ਰਹਿੰਦੇ ਨੇ। ਤੇ ਕਈ ਵਾਰੀ ਕੋਈ ਜਾਣਬੁੱਝ ਕੇ ਡਰਾਉਣ ਵਾਲੇ ਮਜ਼ਾਕ ਵੀ ਕਰ ਲੈਂਦਾ। ਹੌਲੀ ਹੌਲੀ ਲੋਕ ਉਹਨੂੰ ਮੰਨਣ ਲੱਗ ਜਾਂਦੇ ਆ। ਵਾਕਿਆ ਯਾਰ ਉਹ ਫਲਾਨਾ ਪਿੱਪਲ ਬੜਾ ਭਾਰੀ ਹੈ, ਮੈਂ ਡਰ ਗਿਆ ਸੀ ਉੱਥੇ। ਅਸਲ ਦੇ ਵਿੱਚ ਕਹਿੰਦੇ ਇਹ ਕਹਿਣ ਦੀਆਂ ਗੱਲਾਂ ਹਨ, ਕਿਸੇ ਸ਼ਾਸਤਰਾਂ ਵਿੱਚ ਨਹੀਂ ਲਿਖੀਆਂ। ਪਰੰਪਰਾ ਸੁਣਬੇ ਮਹਿ ਆਵੈ, ਆਈ ਤੇਜਕ ਪਰਮਾਨ। ਇੱਕ ਪਰੰਪਰਾ ਚੱਲ ਪੈਂਦੀ ਹੈ, ਗਾਂ ਦੀ ਗਾਂ ਹਿਰਦੇ ਤੋਂ ਹਿਰਦੇ ਇੱਕ ਦੂਜੇ ਨੂੰ ਕਹੀ ਜਾਂਦੇ ਆ। ਹੌਲੀ ਹੌਲੀ ਗੱਲ ਪੂਰੀ ਹੋ ਜਾਂਦੀ ਆ। ਜਿਵੇਂ ਆਈ ਤੇਜਕ ਪ੍ਰਮਾਣ ਦੀ ਗੱਲ ਸੁਣਾ ਦਿਆਂ। ਗੁਰੂ ਪਿਆਰਿਓ, 4-5 ਠੱਗ ਹੈ, ਉਹਨਾਂ ਨੇ ਸਲਾਹ ਬਣਾ ਲਈ ਵੀ ਆਹ ਜਿਹੜਾ ਬੰਦਾ ਲੈ ਕੇ ਚੱਲਿਆ ਨਾ ਪਠੋਰਾ ਬੱਕਰਾ ਆਪਣੇ ਬੱਕਰੀ ਦਾ ਬੱਚਾ ਵੇਚਣ ਚੱਲਿਆ ਮੰਡੀ, ਆਪਾਂ ਇਹਦੇ ਕੋਲੋਂ ਠੱਗਣਾ। ਤੇ ਤੁਹਾਡੀ ਪੁਰਾਣੀ ਬੱਚਿਆਂ ਦੀ ਕਿਤਾਬਾਂ ਦੀ ਕਹਾਣੀ ਹੈ ਇਹ, ਮੇਰੇ ਯਾਦ ਰਹਿੰਦੀ ਆ। ਉਹਨਾਂ 5 ਠੱਗਾਂ ਨੇ ਜਿਹੜੇ ਰਸਤੇ ਉਹ ਮੰਡੀ ਤੁਰ ਕੇ ਜਾ ਰਿਹਾ ਸੀਗਾ, ਆਪਣੀ ਮਾਂ ਦੀ ਕਹਿੰਦੇ ਦਵਾਈ ਲੈਣ ਜਾਂਦਾ ਸੀ। ਉਹ ਬਿਮਾਰ ਪਈ ਸੀ ਘਰੇ, ਉਹਨੇ ਸੋਚਿਆ ਬੱਕਰਾ ਵੇਚ ਕੇ ਦਵਾਈ ਲਿਆਉਣੇ ਆ। ਕਿ ਉਹ ਠੱਗਾਂ ਨੇ ਰਸਤੇ ਵਿੱਚ 5-7 ਥਾਵਾਂ 'ਤੇ ਦੂਰ ਦੂਰ ਖੜ ਕੇ ਰੋਕਣਾ ਕੀਤਾ। ਪਹਿਲਾ ਠੱਗ ਟੱਕਰਿਆ। ਸਤਿ ਸ਼੍ਰੀ ਅਕਾਲ ਭਾਈ ਸਾਹਿਬ, ਕਿੱਥੇ ਚੱਲੇ ਹੋ? ਉਹ ਮੰਡੀ ਚੱਲੇ ਆ ਯਾਰ, ਬੇਬੇ ਬਿਮਾਰ ਸੀ। ਆ ਬੱਕਰਾ ਵੇਚ। ਬੱਕਰਾ? ਅਦਾ ਕੁੱਤਾ ਚੱਕੀ ਜਾਂਦਾ ਤੂੰ, ਬੱਕਰਾ ਨਹੀਂ ਹੈਗਾ ਇਹ। ਕੋ ਸਤਨਾਮ। ਨਹੀਂ ਜਾ ਰਿਹਾ, ਲੈ ਸਾਡੀ ਬੱਕਰੀ ਨੇ ਦਿੱਤਾ, ਬੱਕਰਾ ਹੀ ਆ। ਉੱਥੋਂ ਟੱਪ ਗਿਆ। ਉਸ ਤੋਂ ਹਜੇ ਨਵੀਂ ਗੱਲ ਸੀਗੀ। ਦੂਜਾ ਗਾਂ ਟੱਕਰਿਆ, ਇਹਨੂੰ ਪਤਾ ਵੀ ਸਾਰੇ ਰਲੇ ਹੋਏ ਨੇ, ਪੰਜੇ ਰਲੇ ਹੋਈ। ਦੂਜੇ ਨੇ ਵੀ ਕਹਿੰਦਾ ਭਾਈ ਸਾਹਿਬ ਇਹ ਕੁੱਤੇ ਨੂੰ ਕੋ ਮੋਢੇ ਚੱਕਿਆ, ਤੁਰ ਕੇ ਨਹੀਂ ਜਾਂਦਾ ਇਹ। ਉਹ ਕਹਿੰਦਾ ਭਾਈ ਸਾਹਿਬ ਬੱਕਰਾ ਯਾਰ, ਪਠੋਰਾ ਬੱਕਰੀ ਦੇ ਨਾਲੇ ਝਾਕਦਾ ਵੀ ਯਾਰ। ਇਹ ਦੂਜੇ ਬੰਦੇ ਨੇ ਵੀ ਕਹਿਦਾ ਕੁੱਤਾ ਇਹ। ਕਹੋ ਸਤਨਾਮ, ਕਿਤੇ ਭੁਲੇਖਾ ਤਾਂ ਨਹੀਂ? ਥੋੜਾ ਸ਼ੱਕ ਪੈ ਗਿਆ ਆਪਦੇ ਉੱਤੇ। ਤੀਜੇ ਨੇ ਵੀ ਕਹਿਤਾ ਕਮਲਾ ਹੋਇਆ ਤੂੰ, ਕੁੱਤਾ ਮੋਢੇ ਚੱਕੀ ਜਾਂਦਾ, ਕੁੱਤੇ ਤੁਰ ਕੇ ਵਗ ਜਾਂਦੇ ਆ। ਯਾਰ ਕਮਾਲ ਹੋ ਗਈ ਇਹਨਾਂ ਦੀ, ਸਮਝ ਨਹੀਂ ਆਉਂਦੀ। ਚੌਥੇ ਬੰਦੇ ਕੋਲੇ ਪਹੁੰਚਦੇ ਨੇ ਬੱਕਰਾ ਸੱਟ ਕੇ ਘਰ ਨੂੰ ਮੁੜ ਪਿਆ। ਕਹਿੰਦੇ ਮੇਰੀਆਂ ਅੱਖਾਂ ਹੀ ਖਰਾਬ ਹੈ, ਲੱਗਦਾ ਇਹ ਤਾਂ ਕੁੱਤਾ ਹੀ ਹੋਣਾ। ਇਹ ਸਾਰੇ ਤਾਂ ਕਹੀ ਜਾਂਦੇ ਆ ਕੁੱਤਾ। ਕਹੋ ਸਤਨਾਮ। ਇਹ ਹੈ ਪਰੰਪਰਾ ਪ੍ਰਮਾਣ, ਆਈ ਤੇਜਕ ਪ੍ਰਮਾਣ। ਇੱਕ ਪਰੰਪਰਾ ਚੱਲੀ ਹੈ। ਤਿਮ ਆਤਮਾ ਇਹ ਕਹਿ ਸਨਾਤਨ, ਪਰੰਪਰਾ ਸਭ ਕਥਾ ਪੁਰਾਤਨ। ਤੋ ਇਹ ਆਈ ਤੇਜਕ ਪ੍ਰਮਾਣ ਹੈ ਜਿਹੜਾ, ਇਹ ਪਰੰਪਰਾ ਦੱਸਦਾ ਹੈ ਕਿ ਵੀ ਅੱਜ ਦੀ ਗੱਲ ਨਹੀਂ। ਆਤਮਾ ਤੇ ਪਰਮਾਤਮਾ ਇਹ ਜੁਗਾਂਤਰਾਂ ਤੋਂ ਚੱਲਦੀ ਆ ਰਹੀ ਹੈ ਕਿ ਆਤਮਾ ਪਰਮਾਤਮਾ ਹੈਗਾ। ਸਤਾ ਪਰਮਾਤਮਾ ਈਸ਼ਰ ਹੋਏ, ਸਭ ਕੋ ਅਹ ਆਤਮਾ ਸੋਏ। ਉਹ ਜਿਹੜਾ ਸਤ ਪਰਮੇਸ਼ਰ ਹੈ ਉਹ ਸਾਰਿਆਂ ਦੀ ਆਤਮਾ ਹੈ, ਸਾਰੀ ਸ੍ਰਿਸ਼ਟੀ ਨੂੰ ਚਲਾ ਰਿਹਾ। ਸਾਨੂੰ ਇਕੱਲੇ ਨੂੰ ਚਲਾ ਰਿਹਾ। ਅਸੀਂ ਧਰਤੀ ਤੇ ਡਿਪੈਂਡ ਹਾਂ, ਧਰਤੀ ਨੂੰ ਵੀ ਉਹ ਚਲਾ ਰਿਹਾ। ਧਰਤੀ ਸੂਰਿਆ ਚੱਕਰ ਹੈ ਜਿਹੜਾ, ਸੂਰਿਆ ਗ੍ਰਹਿ ਹਨ ਸਾਰੇ, ਉਹਨਾਂ ਤੇ ਡਿਪੈਂਡ ਹੈ। ਉਹ ਇਹਨੂੰ ਘੁਮਾ ਰਹੇ ਹਨ, ਉਹ ਘੁੰਮ ਰਹੇ ਹੈ। ਉਹਨਾਂ ਦੇ ਪਿੱਛੇ ਹੋਰ ਕੋਈ ਸ਼ਕਤੀ ਆ, ਮਤਲਬ ਕੋਈ ਨਾ ਕੋਈ ਪਾਵਰ ਤਾਂ ਹੈ। ਐਵੇਂ ਤਾਂ ਪੱਖੇ ਘੁੰਮਦੇ ਨਹੀਂ, ਕੁਛ ਤਾਂ ਹੈ ਇਹਨਾਂ ਦੇ ਪਿੱਛੇ। ਕਹੋ ਸਤਨਾਮ। ਆਪੇ ਤਾਂ ਨਹੀਂ ਘੁੰਮਦੇ। ਇਸੇ ਤਰ੍ਹਾਂ ਜੀ ਐਡੀ ਵੱਡੀ ਸ੍ਰਿਸ਼ਟੀ ਚੱਲ ਰਹੀ ਹੈ, ਇਹਦੇ ਪਿੱਛੇ ਕੋਈ ਨਾ ਕੋਈ ਸ਼ਕਤੀ ਤਾਂ ਹੈ। ਇਹ ਹੈ ਪਰੰਪਰਾ ਪ੍ਰਮਾਣ, ਜਿਹੜਾ ਪਹਿਲਾਂ ਤੋਂ ਹੀ ਦੁਨੀਆ ਦੱਸਦੀ ਆ ਰਹੀ ਹੈ ਕਿ ਆਤਮਾ ਪਰਮਾਤਮਾ ਪੁਰਾਤਨ ਤੋਂ ਹੈ। ਛੇਵਾਂ ਹੈ ਪ੍ਰਤੱਖ ਪ੍ਰਮਾਣ। ਇੰਨੀਆਂ ਗੱਲਾਂ ਸਮਝ ਕੇ ਤਾਂ ਹੁਣ ਤੁਹਾਨੂੰ ਸਮਝ ਆ ਗਈ ਹੋਣੀ ਹੈ। ਮੰਨ ਲਓ, ਹਿਰਦੇ ਵਿੱਚ ਵਸਾ ਲਓ। ਇਸ ਤਰ੍ਹਾਂ ਅੰਤਸ਼ਕਰਨ ਦੇ ਵਿੱਚ ਕੋਈ ਨਾ ਕੋਈ ਸ਼ਕਤੀ ਹੈ ਜਿਹੜੀ ਸਾਨੂੰ ਬੋਲਣ ਦਿੰਦੀ ਹੈ, ਸੁਣਾਉਂਦੀ ਹੈ, ਦਿਖਾਉਂਦੀ ਹੈ, ਬੁਲਾਉਂਦੀ ਹੈ, ਤੋਰਦੀ ਹੈ, ਕੰਮਕਾਰ ਕਰਾਉਂਦੀ ਹੈ। ਇਹਦੇ ਪਿੱਛੇ ਜਿਹੜੀ ਸ਼ਕਤੀ ਹੈ ਉਸ ਨੂੰ ਕਹਿੰਦੇ ਆਤਮਾ ਕਹਿੰਦੇ ਆ। ਇੰਦਰੀਆ ਦੁਆਰਾ ਬਹਿਰ ਪ੍ਰਕਾਸ਼ੈ, ਸਾਤ ਪਦਾਰਥ ਮਿਲ ਕਰ ਪਾਸੈ। ਔਰ ਇਹਨਾਂ ਇੰਦਰੀਆਂ ਦੇ ਦੁਆਰਾ ਸਾਡੀ ਆਤਮਾ ਕੰਮ ਕਰਦੀ ਹੈ, ਬਾਹਰ ਪ੍ਰਕਾਸ਼ ਕਰਦੀ ਹੈ। ਸਾਤਾ ਚਿਤ ਆਨੰਦ ਵਿਖੈ ਪ੍ਰਛਾ, ਅਸਤਤ ਭਾਂਤ ਬਿਰਹਿ ਆਤਮ ਲਾਛਾ। ਤੋ ਉਹ ਜਿਹੜੀ ਆਤਮਾ ਹੈ ਸਤ ਚਿਤ ਆਨੰਦ ਸਰੂਪ ਹੈ। ਇੱਕ ਹਿੰਦੀ ਦਾ ਸ਼ਬਦ ਹੈ ਸਤਿਅਮ ਸ਼ਿਵਮ ਸੁੰਦਰਮ। ਪਰਮੇਸ਼ਰ ਜਿੱਥੇ ਹੈ
ਉੱਥੇ ਸੱਤ ਹੈ ਨੰਬਰ 1, ਸ਼ਿਵਮ ਉੱਥੇ ਸ਼ਕਤੀਆਂ ਹਨ, ਸੁੰਦਰਤਾ ਉੱਥੇ ਸੁੰਦਰਤਾ ਹੈ। ਆਹ ਜਿਹੜੀ ਸੁੰਦਰਤਾ ਆਪਾਂ ਰੋਜ਼ ਸਫਾਈ ਕਰਕੇ ਬਣਾਉਣੇ ਆ, ਕਾਹਦੇ ਵਾਸਤੇ? ਕਿ ਇੱਥੇ ਸੱਚ ਦਾ ਵਾਸਾ ਹੈ। ਕਹੋ ਸਤਿਨਾਮ। ਜਿੱਥੇ ਤਿੰਨ ਚੀਜ਼ਾਂ ਹਨ ਉੱਥੇ ਸੱਚ ਹੈ। ਸਤਿਅਮ ਸ਼ਿਵਮ ਸੁੰਦਰਮ। ਸੁੰਦਰਤਾ, ਸ਼ਿਵਮ ਦਾ ਮਤਲਬ ਹੈ ਸ਼ਕਤੀਆਂ, ਤੇ ਸਤਿਅਮ ਦਾ ਮਤਲਬ ਸੱਤ। ਜਿੱਥੇ ਸੱਚ ਹੈ ਉੱਥੇ ਸੁੰਦਰਤਾ ਹੈ। ਜਿਹੜਾ ਬੰਦਾ ਝੂਠ ਬੋਲਦਾ ਉਹਦਾ ਚਿਹਰਾ ਕਾਲਾ ਪੈ ਜਾਊਗਾ, ਕਿਉਂਕਿ ਅੰਦਰੋਂ ਡਰਦਾ ਰਹੂਗਾ ਵੀ ਇਹ ਮੇਰਾ ਝੂਠ ਜ਼ਾਹਰ ਨਾ ਹੋ ਜੇ। ਤੇ ਜਿਹੜੇ ਬੰਦੇ ਨੂੰ ਸੱਚ ਬੋਲਣ ਦੀ ਆਦਤ ਹੈ ਉਹਦਾ ਚਿਹਰਾ ਚਮਕੂਗਾ, ਉਹਨੂੰ ਖਤਰਾ ਹੀ ਕੋਈ ਨਹੀਂਗਾ। ਆਪਾਂ ਸੱਚ ਕਹਿਣਾ ਕਹਿਦਾ। ਤੇ ਜਿੱਥੇ ਸੱਚ ਹੈ ਉੱਥੇ ਸੁੰਦਰਤਾ ਵੀ ਹੈ, ਤੇ ਜਿੱਥੇ ਸੱਚ ਹੈ ਉੱਥੇ ਅਧਿਆਤਮਕ ਰਿੱਧੀਆਂ ਸਿੱਧੀਆਂ ਦੀਆਂ ਸ਼ਕਤੀਆਂ ਵੀ ਆ ਜਾਂਦੀਆਂ। ਇਸ ਕਰਕੇ ਸੱਤ ਚਿੱਤ ਆਨੰਦ ਸਰੂਪ ਪਰਮਾਤਮਾ ਜੋ ਪ੍ਰਤੱਖ ਹੈ ਸਾਰਿਆਂ ਦੇ ਵਿੱਚ ਹੈ, ਇਹ ਆਤਮਾ ਦੇ ਪਿਆਰੀ ਆਤਮਾ ਦੇ ਲੱਛਣ ਹਨ। ਜਿੱਥੇ ਸੱਤ ਹੈ, ਚਿੱਤ ਹੈ, ਆਨੰਦ ਸਰੂਪ ਹੈ, ਜਿੱਥੇ 3 ਪੁਆਇੰਟ ਹਨ ਉੱਥੇ ਆਤਮਾ ਦਾ ਵਾਸਾ ਹੈ, ਉੱਥੇ ਰੱਬ ਵਸਦਾ। ਜਿੱਥੇ ਸੱਚ ਬੋਲਿਆ ਜਾਂਦਾ, ਸੱਚੋਂ ਉਰੇ ਸਭ ਕੋ ਉੱਪਰ ਸੱਚ ਚਾਰ। ਜ਼ਿੰਦਗੀ ਵਿੱਚ ਸੱਚ ਧਾਰਨਾ ਸ਼ੁਰੂ ਕਰੀਏ। ਅੱਜ ਤੋਂ ਬਾਅਦ ਘਰੋਂ ਫੋਨ ਆਵੇ ਕਿੱਥੇ ਫਿਰਦਾ, ਉੱਥੇ ਦੱਸੋ ਜਿੱਥੇ ਫਿਰਦੇ ਹੋਏ। ਕਿਤੇ ਹੋ ਨਾ ਫਿਰਦੇ ਹੋ ਕਿਲੇ 'ਚ ਤੇ ਕਹੋ ਮੈਂ ਬਾਹਰ 'ਚ ਹੀ ਆ ਗਿਆ, ਬਸ ਆ ਗਿਆ। ਇਹੀ ਕਹਿੰਦੇ ਹੁੰਦੇ ਲਗਭਗ ਆਪਾਂ, ਕਿਉਂਕਿ ਆਪਣੀ ਆਦਤ ਹੀ ਬਣ ਚੁੱਕੀ ਹੈ ਨਾ। ਇੱਥੋਂ ਨਿੱਕੇ ਨਿੱਕੇ ਝੂਠ ਸ਼ੁਰੂ ਹੋ ਜਾਂਦੇ ਆ। ਇਹ ਨਿੱਕੇ ਨਿੱਕੇ ਝੂਠਾਂ ਤੋਂ ਬਾਅਦ ਵੱਡੇ ਬੋਲਣ ਲੱਗ ਜਾਂਦੇ ਆ। ਜਿੱਥੇ ਝੂਠ ਹੈ ਉੱਥੇ ਸੱਚ ਚਿੱਤ ਆਨੰਦ ਪਰਮੇਸ਼ਰ ਨਹੀਂ ਹੈ। ਜਿੱਥੇ ਪਰਮੇਸ਼ਰ ਨੂੰ ਵਸਾਉਣਾ ਉੱਥੇ ਸੱਚ ਬੋਲਣਾ ਪਊਗਾ। ਜਿੰਨੀ ਵੀ ਸੱਚ ਧਾਰਨ ਕਰਨਾ ਪਊ। ਸੱਚ ਇੱਕ ਵਾਰੀ ਕਹਿਣਾ ਪੈਂਦਾ, ਝੂਠ ਨੂੰ 50 ਵਾਰੀ ਕਹਿ ਦਿਓ, ਉਤੋਂ 100 ਵਾਰੀ ਝੂਠ ਹੋਰ ਮਾਰ ਲਓ, ਉਹ ਝੂਠ ਕਦੇ ਸੱਚ ਨਹੀਂ ਬਣਦਾ। ਉਹਦਾ ਖਤਰਾ ਬਣਿਆ ਰਹਿੰਦਾ। ਜੇ ਪਤਾ ਲੱਗ ਗਿਆ ਘਰੇ ਲੜਾਈ ਛਿੜ ਜਾਊਗੀ। ਕਹੋ ਸਤਿਨਾਮ। ਇਸ ਕਰਕੇ ਸੱਚ ਇੱਕ ਵਾਰੀ ਕਹਿਣਾ, ਮੁੜ ਕੇ ਲੜਾਈ ਖਤਮ। ਗੁਰੂ ਕਿਰਪਾ ਕਰਨ, ਵਿਚਾਰਾਂ ਕੱਲ ਨੂੰ ਸਰਵਣ ਕਰਾਂਗੇ ਰਹਿੰਦੀਆਂ। ਹੁਣ ਇੱਥੇ ਰੋਕਣ ਦੀ ਆਗਿਆ ਬਖਸ਼ੋ। ਅੱਗੇ ਪ੍ਰੀਤਮ ਕੀ ਕਹਿੰਦੇ ਹਨ? ਗੁਰੂ ਕਿਰਪਾ ਕਰਨ ਬੋਲਦਿਆਂ ਅੱਖਰ ਬਾਅਦ ਕਾਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। हे अच्युत हे पार ब्रह्म अविनाशी अगनाश, हे पूरन हे सर्व मैं, हे संगी हे निरंकार, हे निर्गुण हे गोविंद हे गुण निधान, हे अपरंपर हर हरे है बिहोवन, हे संत है कै सदा संग, हे ठाकुर हों दासरो, नानक दीजै नाम दान, आए प्रभु शरणागति, एक अखर हर मन बसत, एक ओंकार सतगुरु, वाहिगुरु जी की फतेह है, वाहिगुरु जी की फतेह है, वाहिगुरु जी का खालसा, वाहिगुरु जी की फतेह। बहुत बहुत धन्यवाद ਸਰਬੱਤ ਸੰਗਤਾਂ ਜਿਨ੍ਹਾਂ ਨੇ ਹਾਜ਼ਰੀਆਂ ਭਰੀਆਂ।